ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਕੁਰਸੀ ਦੀ। ਜੀ ਹਾਂ, ਇੱਕ ਸਿਆਸੀ ਜੰਗ 2022 ਦੇ ਵਿੱਚ ਮੁੱਖ ਮੰਤਰੀ ਵਾਲੀ ਕੁਰਸੀ ਤੱਕ ਪਹੁੰਚਣ ਦੇ ਲਈ ਜਾਰੀ ਹੈ ਤਾਂ ਇੱਕ ਸਿਆਸੀ ਜੰਗ ਪਟਿਆਲਾ ਦੇ ਵਿੱਚ ਨਜ਼ਰ ਆਈ ਕੁਰਸੀ ਬਚਾਉਣ ਦੀ। ਕੁਰਸੀ ਬਚੀ ਜਾਂ ਨਹੀਂ, ਇਸ ਦੇ ਉੱਤੇ ਵੀ ਸਸਪੈਂਸ ਬਣਿਆ ਹੋਇਆ ਹੈ। ਦੋਵੇਂ ਧਿਰਾਂ ਦੇ ਆਪੋ ਆਪਣੇ ਦਾਅਵੇ ਨੇ। ਇੱਕ ਕਹਿ ਰਹੇ ਨੇ ਕਿ ਸਸਪੈਂਡ ਕਰ ਦਿੱਤਾ ਮੇਅਰ ਨੂੰ, ਕੁਰਸੀ ਨਹੀਂ ਬਚੀ, ਤਾਂ ਦੂਜੇ ਕਹਿ ਰਹੇ ਨੇ ਕਿ ਅਸੀਂ ਤਾਂ ਬੇਭਰੋਸਗੀ ਮਤਾ फेल कर दिता। तो सवाल बरकरार है कि आखिर मेयर संजीव बिट्टू की कुर्सी बची या नहीं। गल उस दे उत्ते तां करांगे, पर अज गल पटियाला वाली तस्वीर तो पंजाब नूं देखण दी भी करनी है कि विरोध दे विचाले 25 कौंसलरां नूं अपने नाल खड़ा करके कि कैप्टन अमरिंदर सिंह ने अपनी पकड़ का एहसास कांग्रेस नूं करवा दिता है। जब दूजे पक्ष तो देखिए कि बहुमत हासिल तो नहीं होया, 30+ चाहिए सी, बहुमत हासिल तो नहीं होया, ਤਾਂ ਬਹੁਮਤ ਹਾਸਲ ਨਾ ਕਰਨ ਕਰਕੇ ਕੈਪਟਨ ਦੀ ਪਕੜ ਆਪਣੇ ਹੀ ਸ਼ਹਿਰ 'ਚ ਕਮਜ਼ੋਰ ਸਮਝੀ ਜਾਵੇ। ਜੇ ਆਪਣੇ ਸ਼ਹਿਰ 'ਚ ਕਮਜ਼ੋਰ ਹੈ ਤਾਂ ਪੰਜਾਬ 'ਚ ਕੀ ਹੋਏਗਾ? ਜੇ ਅੱਜ ਆਪਣੇ ਸ਼ਹਿਰ ਦੇ ਵਿੱਚ ਅਸੀਂ ਪਕੜ ਨੂੰ ਮਜ਼ਬੂਤ ਗਿਣਿਆ ਜਾਵੇ ਤਾਂ ਪੰਜਾਬ ਤੇ ਉਸ ਦਾ ਕੀ ਅਸਰ ਹੋਏਗਾ? ਪੰਜਾਬ 'ਚ ਕੀ ਕੈਪਟਨ ਕੁਝ ਇਸ ਤਰ੍ਹਾਂ ਹੀ ਕਾਂਗਰਸ ਨੂੰ ਚੁਣੌਤੀ ਦੇ ਸਕਦੇ ਨੇ? ਹਾਰ ਜਿੱਤ ਇੱਕ ਵੱਖਰੀ ਗੱਲ ਹੈ, ਪਰ ਚੁਣੌਤੀ ਤਾਂ ਕੈਪਟਨ ਨੇ ਜਾਂ ਕੈਪਟਨ ਧੜੇ ਨੇ ਖੂਬ ਦਿੱਤੀ ਹੈ ਕਾਂਗਰਸ ਨੂੰ ਪਟਿਆਲਾ ਦੇ ਵਿੱਚ। ਅੱਜ ਗੱਲ ਕਰਾਂਗੇ ਇਸ ਮੁੱਦੇ ਉੱਤੇ ਹੀ ਕਿ ਪਟਿਆਲਾ ਦੀ ਸਿਆਸਤ ਦਾ ਪੰਜਾਬ ਦੀ ਸਿਆਸਤ ਤੇ ਕਿੰਨਾ ਅਸਰ ਤੇ ਪਟਿਆਲਾ ਦੇ ਵਿੱਚ ਜਿੱਤਿਆ ਕੌਣ, ਹਾਰਿਆ ਕੌਣ। ਜ਼ਿਕਰ ਹੋਵੇਗਾ ਪਟਿਆਲਾ ਦੇ ਸਿਆਸੀ ਪੰਗੇ ਦਾ। ਪਟਿਆਲਾ ਦੀ ਪਾਵਰ ਗੇਮ ਦੇ ਵਿੱਚ ਨਵਾਂ ਮੋੜ ਆ ਗਿਆ। ਕੈਪਟਨ ਅਤੇ ਬ੍ਰਹਮ ਮਹਿੰਦਰਾ ਦੀ ਹਿਮਾਇਤੀ ਦੋਵੇਂ ਹੀ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਨੇ। ਮਹਿੰਦਰਾ ਖੇਮੇ ਦਾ ਦਾਅਵਾ ਹੈ ਕਿ ਮੇਅਰ ਬਿੱਟੂ ਆਪਣਾ ਬਹੁਮਤ ਸਾਬਤ ਨਹੀਂ ਕਰ ਪਾਏ, ਇਸ ਲਈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ, ਜਦਕਿ ਕੈਪਟਨ ਹਿਮਾਇਤੀਆਂ ਦਾ ਦਾਅਵਾ ਹੈ ਕਿ ਉਹਨਾਂ ਨੇ ਬਿੱਟੂ ਦੇ ਖਿਲਾਫ ਬੇਭਰੋਸਗੀ ਮਤੇ ਨੂੰ ਹਰਾ ਦਿੱਤਾ। ਹੁਣ ਪੇਚ ਇਸ ਗੱਲ ਤੇ ਫਸ ਗਿਆ ਕਿ 25 ਤਰੀਕ ਦੀ ਕਾਰਵਾਈ ਦੇ ਵਿੱਚ ਮਤਾ ਭਰੋਸਗੀ ਸਾਬਤ ਕਰਨ ਦਾ ਸੀ ਜਾਂ ਫਿਰ ਬੇਭਰੋਸਗੀ ਸਾਬਤ ਕਰਨ ਦਾ। ਪਟਿਆਲਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਣੇ ਪਹਿਲੇ ਇਮਤਿਹਾਨ ਦੇ ਲਈ ਉਤਰੇ ਸਨ। ਲੱਗ ਰਿਹਾ ਸੀ ਕਿ ਸਭ ਕੁਝ ਨੰਬਰ ਗੇਮ ਤੇ ਤੈਅ ਹੋਵੇਗਾ ਅਤੇ VOTING ਤੋਂ ਬਾਅਦ ਨਤੀਜੇ ਵੀ ਸ਼ੀਸ਼ੇ ਦੇ ਵਾਂਗ ਸਾਫ਼ ਹੋਣਗੇ, ਪਰ ਨਤੀਜੇ ਅਜਿਹੇ ਆਏ ਉਸ ਦੇ ਵਿੱਚ ਦੋਨਾਂ ਹੀ ਖੇਮਿਆਂ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ। ਕਾਂਗਰਸ ਖੇਮੇ ਦਾ ਦਾਅਵਾ ਹੈ ਕਿ ਹਾਊਸ ਦੇ ਅੰਦਰ ਕੈਪਟਨ ਦਾ ਖੇਮਾ ਮਾਤ ਖਾ ਗਿਆ, ਕਿਉਂਕਿ ਕੈਪਟਨ ਦੇ ਕਰੀਬੀ ਮੇਅਰ ਸੰਜੀਵ ਬਿੱਟੂ ਨੇ ਹੀ ਸਦਨ ਦੇ ਵਿੱਚ ਭਰੋਸਾ ਜਿੱਤਣ ਦਾ ਦਾਅਵਾ ਕੀਤਾ ਸੀ, ਪਰ ਨੰਬਰਾਂ ਦੇ ਵਿੱਚ ਪਿੱਛੇ ਰਹਿ ਗਏ। ਸਦਨ ਦੇ ਅੰਦਰ VOTING ਦਾ ਬਿਊਰਾ ਕੁਝ ਇਸ ਤਰ੍ਹਾਂ ਰਿਹਾ, ਬਿੱਟੂ ਦੇ ਪੱਖ ਦੇ ਵਿੱਚ 25 ਜਦਕਿ ਉਹਨਾਂ ਦੇ ਖਿਲਾਫ 36 ਕਾਉਂਸਲਰ ਸਾਹਮਣੇ ਆਏ। ਹੁਣ ਸਾਰਾ ਖੇਲ ਇਸੇ ਨੰਬਰ ਤੇ ਫਸਿਆ, ਕਿਉਂਕਿ ਕਾਂਗਰਸ ਦੇ ਦਾਅਵੇ ਦੇ ਮੁਤਾਬਿਕ ਬਿੱਟੂ ਦੇ ਬਹੁਮਤ ਸਾਬਿਤ ਕਰਨ ਦੇ ਲਈ ਸਧਾਰਨ ਬਹੁਮਤ ਯਾਨੀ 31 ਦੀ ਗਿਣਤੀ ਚਾਹੀਦੀ ਸੀ, ਜਿਸ ਦੇ ਵਿੱਚ ਉਹ ਨਾਕਾਮ ਰਹੇ, ਜਦਕਿ ਕੈਪਟਨ ਦੇ ਧੜੇ ਦਾ ਦਾਅਵਾ ਕੁਝ ਹੋਰ ਹੈ। ਇਹਨਾਂ ਹੀ ਨੰਬਰਾਂ ਨੂੰ ਕੈਪਟਨ ਦਾ ਧੜਾ ਆਪਣੇ ਮੁਤਾਬਿਕ ਪੇਸ਼ ਕਰ ਰਿਹਾ ਹੈ। ਕੈਪਟਨ ਧੜੇ ਦਾ ਦਾਅਵਾ ਹੈ ਕਿ ਸਦਨ ਦੇ ਅੰਦਰ ਜੋ ਪੇਸ਼ ਹੋਇਆ ਉਹ ਵਿਸ਼ਵਾਸ ਨਹੀਂ ਬਲਕਿ ਅਵਿਸ਼ਵਾਸ ਪ੍ਰਸਤਾਵ ਸੀ, ਜੋ ਸਦਨ ਦੇ ਵਿੱਚ ਡਿੱਗ ਗਿਆ ਕਿਉਂਕਿ ਕਾਂਗਰਸੀ ਖੇਮਾ ਜ਼ਰੂਰਤ ਦੇ ਮੁਤਾਬਿਕ 2/3 ਵੋਟ ਨਹੀਂ ਜੁਟਾ ਪਾਇਆ। जब वोटिंग हो गई 25 तो दैट मीन्स ही लॉस्ट द कॉन्फिडेंस। जरा कॉन्फिडेंस सीख की तो ही लॉस्ट दैट कॉन्फिडेंस एंड फॉर ऑल इंटेंट्स एंड पर्पसेस ही रिमेन्स सस्पेंडेड। ਜਿੰਨੀ ਉਹਨਾਂ ਨੂੰ ਵੋਟਾਂ ਚਾਹੀਦੀਆਂ ਸੀ ਉਹਨਾਂ ਨੂੰ ਵੋਟਾਂ ਨਹੀਂ ਮਿਲੀਆਂ। ਇੱਥੇ ਇੱਕ ਪਾਸੇ ਨੂੰ 25 ਸੀ ਔਰ ਦੂਜੇ ਪਾਸੇ ਨੂੰ ਮੇਰੇ ਖਿਆਲ 36 ਸੀ ਔਰ ਉਹਨਾਂ ਨੂੰ ਚਾਹੀਦੀਆਂ ਸੀ 2/3 ਨਹੀਂ ਮਿਲੀ ਉਹਨਾਂ ਨੂੰ। ਥੈਰਫੋਰ ਨੋ ਕੌਨਫੀਡੈਂਸ ਫੇਲ ਹੋ ਗਿਆ। 62 ਵੋਟਾਂ ਪਈਆਂ, 62 ਵੋਟਾਂ ਦੇ ਵਿੱਚੋਂ 35 ਵੋਟਾਂ ਜਿਹੜੀਆਂ ਸੀਗੀਆਂ ਇਸ ਬੇਭਰੋਸਗੀ ਮਤੇ ਨੂੰ ਰੱਦ ਕਰਨ ਦੇ ਵਾਸਤੇ ਪਈਆਂ, ਜਿਹੜਾ ਕਿ ਮੈਨੇ ਆਪਣਾ ਮਤ ਹਾਸਲ ਕਰਨਾ ਸੀਗਾ ਉਸ ਤੋਂ 4 ਵੱਧ ਹੈ। ਉਧਰ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਉਹਨਾਂ ਨੇ ਆਪਣਾ ਵੋਟ ਕਿਸੇ ਨੂੰ ਨਹੀਂ ਪਾਇਆ, ਹਾਰ ਜਿੱਤ ਦਾ ਫੈਸਲਾ ਸਰਕਾਰ ਕਰੇਗੀ। ਤੇ ਮੇਰੀ ਵੋਟ ਦੋਵੇਂ ਪਾਸੇ ਨਹੀਂ ਮੈਂ ਪਾਈ। ਮੇਅਰ ਬਣੇ ਰਹਿਣਗੇ ਜਾਂ ਨਹੀਂ ਬਣੇ ਰਹਿਣਗੇ ਇਹ ਤਾਂ ਸਰਕਾਰ ਦੱਸ ਸਕਦੀ ਆ ਜੀ। ਦੋਨਾਂ ਖੇਮਿਆਂ ਦੇ ਇਹਨਾਂ ਦਾਅਵਿਆਂ ਦੇ ਵਿੱਚ ਸਵਾਲ ਇਹ ਹੈ ਕਿ ਆਖਿਰ ਪਟਿਆਲਾ ਦੀ ਪਾਵਰ ਗੇਮ ਦੇ ਵਿੱਚ ਕੌਣ ਜਿੱਤਿਆ ਤੇ ਕੌਣ ਹਾਰਿਆ, ਜੋ ਫਿਲਹਾਲ ਜਵਾਬ ਇਹੀ ਹੈ ਕਿ ਪੂਰੀ ਗੇਮ ਹੀ ਤਕਨੀਕੀ ਪਹਿਲੂਆਂ ਦੇ ਵਿੱਚ ਉਲਝ ਚੁੱਕੀ ਹੈ ਤੇ ਹੋ ਸਕਦਾ ਹੈ ਕਿ ਆਖਰੀ ਜਵਾਬ ਅਦਾਲਤ ਹੀ ਦੇਵੇ। ਪਟਿਆਲਾ ਤੋਂ ਪੰਕਜ ਕਪਾਹੀ ਦੇ ਨਾਲ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।
ਪਟਿਆਲਾ ਦੇ ਵਿੱਚ ਸਿਆਸੀ ਪੰਗਾ ਤਾਂ ਨਜ਼ਰ ਆਇਆ, ਜਿਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਆਖਿਰ ਇਸ ਦਾ ਅਸਰ ਪੰਜਾਬ ਦੀ ਸਿਆਸਤ ਦੇ ਕੀ ਹੁੰਦਾ ਹੈ। ਤੇ ਦੂਜੇ ਪਾਸੇ ਜੋ ਸਭ ਤੋਂ ਅਹਿਮ ਹੈ, ਜਾਣਨਾ ਜ਼ਰੂਰੀ ਹੈ, ਜੋ ਜਾਣਨਾ ਪਟਿਆਲਾ ਦੇ ਲੋਕ ਜਾਂ ਪੰਜਾਬ ਦੇ ਲੋਕ ਵੀ ਜਾਣਨਾ ਚਾਹੁੰਦੇ ਨੇ ਕਿ ਇਹ ਤਾਂ ਸਮਝ ਆ ਜਾਵੇ ਕਿ ਹਾਰ ਜਿੱਤ ਹੋਈ ਕਿਸ ਦੀ ਹੈ, ਕੌਣ ਜਿੱਤਿਆ ਪਟਿਆਲਾ ਦੇ ਵਿੱਚ, ਕੌਣ ਹਾਰਿਆ ਹੈ, ਕਿਉਂਕਿ ਦੋਵੇਂ ਤਰ੍ਹਾਂ ਆਪੋ ਆਪਣੇ ਦਾਅਵੇ ਕਰਕੇ ਚਲੇ ਗਈਆਂ। ਇੱਕ ਪਾਸੇ ਦਾ ਬ੍ਰਹਮ ਮਹਿੰਦਰਾ ਇਹ ਗੱਲ ਕਹਿ ਗਏ ਕਿ ਸਸਪੈਂਡ ਹੋ ਗਏ ਨੇ ਜੀ ਮੇਅਰ ਸੰਜੀਵ ਬਿੱਟੂ, ਦੂਜੇ ਪਾਸੇ ਸੰਜੀਵ ਬਿੱਟੂ ਤੇ ਕੈਪਟਨ ਅਮਰਿੰਦਰ ਸਿੰਘ ਦਾਅਵਾ ਕਰ ਗਏ ਕਿ ਬੇਭਰੋਸਗੀ ਮਤਾ ਲੈ ਕੇ ਆਏ ਸੀ ਤੇ ਬੇਭਰੋਸਗੀ ਮਤਾ ਜੋ ਪਾਸ ਕਰਵਾਉਣਾ ਚਾਹੁੰਦੀ ਸੀ ਵਿਰੋਧੀ ਧਿਰ, ਜਾਂ ਕਹੀਏ ਕਿ ਕਾਂਗਰਸ, ਤਾਂ 42 ਵੋਟਾਂ ਚਾਹੀਦੀਆਂ ਸੀ ਪਰ 42 ਵੋਟਾਂ ਨਹੀਂ ਪਈਆਂ, 25 ਤਾਂ ਹੱਕ 'ਚ ਪੈ ਗਈਆਂ ਬਿੱਟੂ ਦੇ, ਇਸ ਕਰਕੇ ਉਹਨਾਂ ਦਾ ਬੇਭਰੋਸਗੀ ਮਤਾ ਡਿੱਗ ਗਿਆ, ਯਾਨੀ ਕਿ ਫੇਲ ਹੋ ਗਿਆ। ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ, ਜਿਹੜੇ ਮਹਿਮਾਨ ਅੱਜ ਸਾਡੇ ਨਾਲ ਜੁੜ ਰਹੇ ਨੇ। ਸਾਡੇ ਨਾਲ ਅਰਸ਼ਪ੍ਰੀਤ ਸਿੰਘ ਖਡਿਆਲ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ, ਖੁਦ ਵਕੀਲ ਵੀ ਨੇ, ਤੇ ਉਹਨਾਂ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਪੂਰੇ ਮਾਮਲੇ ਨੂੰ ਕਿਵੇਂ ਉਹ ਦੇਖ ਰਹੇ ਨੇ। ਖਡਿਆਲ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਇਸ ਦੇ ਨਾਲ ਹੀ ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਸੰਜੀਵ ਬਿੱਟੂ ਜੁੜਨਗੇ, ਕੈਪਟਨ ਧੜੇ ਦੇ ਨੇ, ਜੋ ਮੌਜੂਦਾ ਸਮੇਂ 'ਚ ਮੇਅਰ ਤੇ ਉਹਨਾਂ ਦੀ ਕੁਰਸੀ ਨੂੰ ਲੈ ਕੇ ਪੂਰਾ ਬਵਾਲ ਸੀ, ਕੁਝ ਹੀ ਪਲਾਂ 'ਚ ਸਾਡੇ ਨਾਲ ਜੁੜਨਗੇ। ਸਾਡੇ ਨਾਲ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਜੁੜਨਗੇ ਕੁਝ ਹੀ ਪਲਾਂ ਦੇ ਵਿੱਚ, ਤੇ ਇਸ ਵਿਚਾਲੇ ਸਾਡੇ ਨਾਲ ਰਵਨੀਤ ਸਿੰਘ ਜੋਸ਼ੀ ਜੀ ਵੀ ਜੁੜ ਰਹੇ ਨੇ, ਸੀਨੀਅਰ ਵਕੀਲ ਨੇ। ਵਕੀਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ। ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਸਾਡੇ ਨਾਲ ਜੁੜ ਚੁੱਕੇ ਨੇ। ਚੰਦੂਮਾਜਰਾ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਤੁਹਾਡੇ ਤੋਂ ਹੀ ਕਰਦਾ ਹਾਂ। ਪਹਿਲਾ ਸਵਾਲ ਇਹੀ ਹੈ ਕਿ ਕੌਣ ਜਿੱਤਿਆ, ਕੌਣ ਹਾਰਿਆ ਤੁਹਾਡੀ ਨਜ਼ਰ ਦੇ ਨਾਲ, ਕਿਉਂਕਿ ਲੋਕ ਦੁਚਿੱਤੀ ਦੇ ਵਿੱਚ ਨੇ, ਸਮਝ ਨਹੀਂ ਆ ਰਿਹਾ ਕਿ ਆਖਿਰ ਅੰਦਰ ਹੋਇਆ ਕਿ ਵੋਟਾਂ ਪੈ ਗਈਆਂ 25-36, ਦੋਵੇਂ ਧਿਰਾਂ ਕਹਿ ਰਹੀਆਂ ਨੇ ਕਿ ਦੇਖੋ ਜੀ ਬਹੁਮਤ ਹੋਇਆ ਨਹੀਂ, ਦੂਜੇ ਪਾਸੇ ਕਹਿ ਰਹੇ ਨੇ ਕਿ ਬੇਭਰੋਸਗੀ ਮਤਾ ਡਿੱਗ ਗਿਆ। ਕੌਣ ਜਿੱਤਿਆ, ਕੌਣ ਹਾਰਿਆ? ਤੁਸੀਂ ਉਸ ਮੀਟਿੰਗ ਦੇ ਵਿੱਚ ਮੌਜੂਦ ਸੀ, ਜੇਕਰ ਦੱਸ ਸਕੋ, ਸਮਝਾ ਸਕੋ। ਦੇਖੋ, ਮੈਂ ਸਮਝਦਾ ਵੀ ਜਿੱਤਿਆ ਤਾਂ ਪਤਾ ਨਹੀਂ ਕੌਣ ਹੈ, ਪਰ ਲੋਕ ਰਾਜ ਜ਼ਰੂਰ ਹਾਰਿਆ ਹੈ। ਤੇ ਕਿਉਂਕਿ ਅੱਜ ਜਿਹੜੀ ਗੱਲ ਅਸੀਂ ਰੱਖੀ ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਮੈਂ ਉੱਥੇ ਦੋਵੇਂ ਪਾਸੇ, ਦੋਵੇਂ ਧਿਰਾਂ ਵੱਲ ਅਸੀਂ ਉਹਨਾਂ ਦੇ ਪੱਖ ਵਿੱਚ ਨਹੀਂ ਭੁਗਤੇ, ਤੇ ਗੱਲ ਰੱਖੀ ਉੱਥੇ ਵੀ ਅੱਜ ਪਟਿਆਲੇ ਦੇ ਵਿੱਚ ਪੀਣ ਵਾਲਾ ਪਾਣੀ ਜਿਹੜਾ ਹੈਗਾ, ਜਿਹਦੀ ਗੱਲ ਕੀਤੀ ਗਈ ਸੀ, ਉਹ ਨਹੀਂ ਮਿਲ ਰਿਹਾ ਲੋਕਾਂ ਨੂੰ। ਸੀਵਰੇਜ ਬਲੌਕ ਨੇ, ਪਟਿਆਲਾ ਪੱਟਿਆ ਪਿਆ, ਨਦੀ ਵਾਲਾ ਪ੍ਰੋਜੈਕਟ ਜਿਹੜਾ ਵੀ ਅਧੂਰਾ ਪਿਆ, ਹੈਰੀਟੇਜ ਵਾਲਾ ਪ੍ਰੋਜੈਕਟ ਵਿੱਚੇ ਰੁਕ ਗਿਆ, ਅਲੀਪੁਰ ਰਾਈਆਂ ਵਾਲੀ ਸਾਈਡ ਹਾਲ ਜਾ ਕੇ ਦੇਖੋ ਤੁਸੀਂ ਕੀ ਆ। ਵੀ ਇਹ ਇਸ਼ੂ ਸੀ ਜਿਹੜੇ ਅੱਜ, ਇਹਨਾਂ ਇਸ਼ੂਜ਼ ਦੇ ਉੱਤੇ ਸਾਨੂੰ ਡਿਸਕਸ਼ਨ ਕਰਨੀ ਚਾਹੀਦੀ ਸੀ, ਇਹ ਸਾਡਾ ਏਜੰਡਾ ਹੋਣਾ ਚਾਹੀਦਾ ਸੀਗਾ। ਪਰ ਤੁਸੀਂ ਆਪਸੀ ਤੁਹਾਡੋ ਕਲੇਸ਼ ਤੇ ਆਪਸੀ ਚੌਧਰਾਂ ਦੇ ਵਿੱਚ ਜਿਹੜਾ ਹੈਗਾ ਲੋਕਾਂ ਦਾ ਨੁਕਸਾਨ ਹੋ ਰਿਹਾ। 1 ਮਹੀਨਾ ਰਹਿ ਗਿਆ ਸਰਕਾਰ ਦਾ, ਮੇਅਰ ਲਾਉਂਗੇ ਜਾਂ ਬਣਾਉਂਗੇ, ਤੇ ਨਾਲ ਲੋਕਾਂ ਨੂੰ ਕੀ ਆ ਵੀ ਘੱਟੋ ਘੱਟ ਜਿਹੜੇ ਇਹ ਏਜੰਡੇ ਸੀ ਇਹਨਾਂ ਤੇ ਡਿਸਕਸ਼ਨ ਕਰਦੇ। ਸੋ ਮੈਂ ਸਮਝਦਾ ਵੀ ਯੂਜ਼ਲੈਸ ਐਕਸਰਸਾਈਜ਼ ਸੀ ਜੋ ਵੀ ਅੱਜ ਕੁਛ ਹੋਇਆ। ਤੇ ਪਹਿਲੀ ਗੱਲ ਹੈ ਵੀ ਪਹਿਲਾਂ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ, ਜਨਰਲ ਇਲੈਕਸ਼ਨ ਵਿੱਚ ਵੀ ਬਹੁਤ ਡੈਮੋਕ੍ਰੇਸੀ ਦਾ ਘਾਣ ਹੋਇਆ, ਤੇ ਅੱਜ ਵੀ। ਮੈਂ ਤਾਂ ਉੱਥੇ ਉਸ ਸਮੇਂ ਪਹੁੰਚਿਆ ਨਹੀਂ ਸੀ, ਪਰ ਮੈਂ ਹੁਣ ਜਦੋਂ ਵੀਡੀਓ ਤੁਹਾਡੇ ਚੈਨਲ ਤੇ ਦੇਖ ਰਿਹਾ ਜਾਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਵੀ ਜਿਵੇਂ ਕਾਉਂਸਲਰਸ ਨੂੰ ਪੁਲਿਸ ਨੇ ਚੱਕਿਆ, ਚਾਹੇ ਉਹ ਕਿਸੇ ਪਾਰਟੀ ਨਾਲ ਹੋਣ, ਉਹ ਨਹੀਂ ਸੀ ਇਸ ਤਰੀਕੇ ਦੇ ਨਾਲ ਕਰਨਾ ਚਾਹੀਦਾ। ਇਹ ਤਾਂ ਮੈਂ ਸਮਝਦਾ ਇੱਕ ਤਰ੍ਹਾਂ ਨਾਲ ਲੋਕ ਰਾਜ ਦਾ ਕਹਾਣੀ ਆ। ਦੂਜੀ ਗੱਲ ਵੀ ਨੋ ਕੌਨਫੀਡੈਂਸ ਤੁਸੀਂ ਲੈ ਕੇ ਆਏ ਹੋ, ਇਹਦੇ ਵਿੱਚ ਇਹ ਦੱਸਣ 'ਚ ਵੀ ਸਰਕਾਰ ਅਸਮਰਥ ਰਹੀ ਵੀ ਕਿਉਂ ਲੈ ਕੇ ਆਏ ਹੋ, ਕੀ ਕਾਰਨ ਸੀ, ਉਹ ਸਮਝਾਉਣੀ ਚਾਹੀਦੀ ਸੀ ਸਾਰੀਆਂ ਗੱਲਾਂ। ਤੇ ਥਰਡ ਚੀਜ਼ ਨਾ, ਜਿਹੜਾ ਇਹਦੇ ਵਿੱਚ ਟੈਕਨੀਕੈਲਿਟੀਜ਼ ਜਿਹੜੀਆਂ ਹੈਗੀਆਂ, ਇਹ 2 ਏਜੰਡੇ ਆਏ ਸੀ। ਇੱਕ ਏਜੰਡਾ ਸੀਗਾ ਜਿਹੜਾ ਵੀ ਨੋ ਕੌਨਫੀਡੈਂਸ ਮੋਸ਼ਨ ਦੇ ਉੱਤੇ ਕੌਨਫੀਡੈਂਸ ਪ੍ਰੂਵ ਕਰਨਾ, ਤੇ ਜਿਹੜਾ ਦੂਸਰਾ ਏਜੰਡਾ ਸੀਗਾ ਸਪਲੀਮੈਂਟਰੀ ਏਜੰਡਾ, ਇਹਨਾਂ ਨੇ ਇੱਕ ਹੋਰ ਕੱਢਿਆ ਸੀ, ਉਹਦੇ ਵਿੱਚ ਸੀ ਨੋ ਕੌਨਫੀਡੈਂਸ ਮੋਸ਼ਨ ਦੀ ਰਿਕੁਐਸਟ ਦੇਣ ਵਾਲੇ ਆਪਣਾ ਨੋ ਕੌਨਫੀਡੈਂਸ ਪ੍ਰੂਵ ਕਰਨ ਮੇਅਰ ਦੇ ਵਿੱਚ। ਮੈਂ ਸਮਝਦਾ ਇੱਕੋ ਗੱਲ ਸੀਗੀ ਇਹ, ਕਿਤੇ ਨਾ ਕਿਤੇ 25 ਵੋਟਾਂ ਜਿਹੜੀਆਂ ਉਹ ਮੇਅਰ ਦੇ ਹੱਕ 'ਚ ਭੁਗਤੀਆਂ, 36 ਜਿਹੜੀਆਂ ਹੈਗੀਆਂ ਉਹ ਵੋਟਾਂ ਸਰਕਾਰੀ ਧਿਰ ਵੱਲ ਭੁਗਤੀਆਂ ਨੇ। ਸੋ ਇਹਦੇ ਤੇ ਜਿਹੜਾ ਹੈਗਾ ਉਹ ਸਸਪੈਂਡ ਕਰਨ ਵਾਲੀ ਗੱਲ, ਇਹ ਤਾਂ ਹੁਣ ਲੀਗਲ ਜਿਹੜੇ ਐਡਵੋਕੇਟਸ ਨੇ ਜਾਂ ਹੋਰ ਨੇ ਉਹ ਦੱਸ ਸਕਦੇ ਨੇ। ਪਰ ਮੈਂ ਸਮਝਦਾ ਵੀ ਇਹਨਾਂ ਦੀ ਪਾਟੋ ਧਾੜ ਦੇ ਵਿੱਚ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਏਦਾਂ ਅਨਾਊਂਸਮੈਂਟ ਕਰਕੇ ਜਾਣਾ ਵੀ ਸਸਪੈਂਡ ਹੋ ਗਿਆ ਮੇਅਰ, ਮੈਂ ਸਮਝਦਾ ਵੀ ਇਹ ਵੀ ਕੋਈ ਚੀਜ਼ ਜਿਹੜੀ ਹੈਗੀ ਆ ਅਨਡੈਮੋਕ੍ਰੈਟਿਕ ਆ, ਵੀ ਤੁਸੀਂ ਪ੍ਰੋਸੀਜਰ ਦੇ ਅਕੋਰਡਿੰਗਲੀ ਜਿਹੜੀ ਹਰ ਚੀਜ਼ ਜਿਹੜੀ ਉਹ ਹੋਣੀ ਚਾਹੀਦੀ। ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਤੁਸੀਂ ਕਹਿ ਰਹੇ ਹੋ ਕਿ ਟੈਕਨੀਕਲ ਇਸ਼ੂ ਜਿਹੜਾ ਇਸ ਦੇ ਵਿੱਚ ਕੀ ਹੈ ਜਾਂ ਕੀ ਪੇਚ ਹੈ, ਆਪਾਂ ਉਹ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਸੀਨੀਅਰ ਵਕੀਲ ਜੁੜੇ ਹੋਏ ਨੇ, ਰਵਨੀਤ ਜੋਸ਼ੀ ਜੀ। ਰਵਨੀਤ ਜੀ, ਪਹਿਲੀ ਨਜ਼ਰ ਦੇ ਨਾਲ ਤੁਸੀਂ ਦੱਸੋ ਕਿ ਕੀ ਕੁਝ ਤੁਹਾਨੂੰ ਸਮਝ ਆ ਰਿਹਾ ਹੈ ਕਿ ਇਹ ਮੇਅਰ ਦੀ ਕੁਰਸੀ ਚਲੀ ਗਈ ਜਾਂ ਅਜੇ ਕੋਈ ਪੇਚ ਬਾਕੀ ਹੈ? ਉਹ ਤਾਂ ਹਾਈ ਕੋਰਟ ਜਾਣ ਦਾ ਜ਼ਿਕਰ ਕਰ ਰਹੇ ਨੇ ਕਿ ਹਾਈ ਕੋਰਟ ਅਸੀਂ ਜਾਵਾਂਗੇ ਇਸ ਪੂਰੇ ਮਾਮਲੇ 'ਚ। ਰਵਨੀਤ ਜੀ, ਆਵਾਜ਼ ਆ ਰਹੀ ਹੈ ਮੇਰੀ? जी जी हाँ आ रही है, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਜੀ ਬਿਲकुल, ਤੁਹਾਡੀ ਆਵਾਜ਼ ਆ ਰਹੀ ਹੈ।
ਹਾਂਜੀ ਹਾਂ ਦੇਖੋ ਜੋ ਮੇਅਰ ਇਹ ਕਨਸਟੀਟਿਊਸ਼ਨਲ ਪੋਸਟ ਹੈ, ਮੇਅਰ ਦੀ ਪੋਸਟ ਹੈ ਜੋ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਦੀ, ਤੇ ਇਹ ਗਵਰਨ ਹੁੰਦੀ ਹੈ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਐਕਟ ਦੇ ਤਹਿਤ 1976 ਦਾ ਜਿਹੜਾ ਐਕਟ ਹੈ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਦਾ। ਠੀਕ ਹੈ। ਇਹ ਐਕਟ ਦੇ ਵਿੱਚ ਇੱਕ ਸਪੈਸੀਫਿਕ ਪ੍ਰੋਵੀਜ਼ਨ ਹੈ, ਜੇ ਮੇਅਰ ਨੂੰ ਰਿਮੂਵ ਕਰਨਾ ਹੈ ਤਾਂ ਸੈਕਸ਼ਨ 39 ਹੈ ਜਿਹੜਾ ਪ੍ਰੋਵਾਈਡ ਕਰਦਾ ਵੀ ਮੇਅਰ ਨੂੰ ਰਿਮੂਵ ਕਰਨ ਦਾ ਕੀ ਪ੍ਰੋਸੀਜਰ ਰਹੂਗਾ। ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਵੀ ਜਦੋਂ ਫੁੱਲ ਹਾਊਸ ਦੀ ਇੱਕ ਮੀਟਿੰਗ ਬੁਲਾਈ ਜਾਊਗੀ ਜਿਹਦੇ ਵਿੱਚ 2/3 ਮੈਜੋਰਿਟੀ ਜਿਹੜੀ ਹੈ ਜੇ ਉਹ ਹੋ ਜਾਂਦੀ ਹੈ ਤਾਂ ਮੇਅਰ ਨੂੰ ਉਹਦੇ ਵਿੱਚ ਰਿਮੂਵ ਕੀਤਾ ਜਾ ਸਕਦਾ। ਠੀਕ ਹੈ। ਹਾਲਾਂਕਿ ਮੈਨੂੰ ਹਜੇ ਪਟਿਆਲੇ ਦੇ ਜੋ ਨੰਬਰ ਆਫ ਕਾਉਂਸਲਰ ਸੀਟ ਸੀਗੀਆਂ, ਕਿੰਨੇ ਅਵੇਲੇਬਲ ਸੀ, ਕਿੰਨੇ ਪ੍ਰੈਜ਼ੈਂਟ ਸੀ ਅੱਜ, ਉਹ ਆંકੜੇ ਤਾਂ ਨਹੀਂ ਮੈਨੂੰ ਉਹਦੇ ਬਾਰੇ ਡਿਟੇਲ ਚ ਪਤਾ, ਬਟ ਜੋ ਤੁਹਾਡੇ ਨਿਊਜ਼ ਮਾਧਿਅਮ ਤੋਂ ਹੀ ਮੈਨੂੰ ਪਤਾ ਲੱਗਿਆ ਵੀ 2/3 ਮੈਜੋਰਿਟੀ ਤੋਂ ਵੱਧ ਜਿਹੜੀ ਮੈਜੋਰਿਟੀ ਹੈ ਉਹ ਮੇਅਰ ਸਾਹਿਬ ਨੇ ਇਸ ਟਾਈਮ ਤੇ ਉੱਥੇ ਜੋ ਹੈ ਰਿਪਰੈਜ਼ੈਂਟ ਜੋ ਹੈ ਐਕਸਪ੍ਰੈਸ ਕੀਤੀ ਹੈ। ਬਾਕੀ ਇਹ ਤਾਂ ਡਿਬੇਟੇਬਲ ਕੁਐਸਚਨ ਹੋਊਗਾ ਵੀ ਉਹ ਮੈਜੋਰਿਟੀ ਅੰਡਰ ਇਨਫਲੂਐਂਸ ਸੀ, ਪ੍ਰੈਸ਼ਰ ਸੀ, ਕਿਵੇਂ ਸੀ ਉਹ, ਜੋ ਕਿਉਂਕਿ ਗੱਲਾਂ ਦੋਨੇ ਧਿਰ ਕਰ ਰਹੀਆਂ ਨੇ ਵੀ ਅਸੀਂ ਕੋਰਟ ਦੇ ਵਿੱਚ ਜਾਵਾਂਗੇ। ਮੈਂ ਸਪੈਸੀਫਿਕ ਪੁਆਇੰਟ ਦੇ ਉੱਤੇ ਆਣਾ ਹੈ, ਅਗਰ ਬੇਪਰੋਜ਼ਗੀ ਮਤ ਹੈ ਤਾਂ ਫਿਰ 2/3 ਮੈਜੋਰਿਟੀ ਚਾਹੀਦੀ ਹੈ। ਬਿਲਕੁਲ ਜੀ ਬਿਲਕੁਲ, ਇਹ ਤਾਂ ਸਪਸ਼ਟ ਹੈ। ਮੈਂ ਤੁਹਾਨੂੰ ਨੰਬਰ ਦੱਸ ਦਿੰਦਾ ਨਾ, ਕਿਉਂਕਿ ਟੋਟਲ 60 ਕਾਉਂਸਲਰਸ ਨੇ, 3 ਐਮਐਲਏ ਦੀਆਂ ਵੋਟਾਂ ਨੇ, ਉਹਨਾਂ ਦੇ ਵਿੱਚੋਂ ਇੱਕ ਕਾਉਂਸਲਰ ਉੱਥੇ ਪਹੁੰਚਿਆ ਨਹੀਂ ਸੀ ਤੇ ਇੱਕ ਚੰਦੂਮਾਜਰਾ ਸਾਹਿਬ ਸਾਡੇ ਨਾਲ ਨੇ, ਉਹਨਾਂ ਨੇ ਆਪਣਾ ਵੋਟ ਦਾ ਇਸਤੇਮਾਲ ਨਹੀਂ ਕੀਤਾ। ਜੇ 61 ਵੀ ਆਪਾਂ ਗਿਣ ਲਈਏ ਤਾਂ 61 ਦਾ ਮਤਲਬ ਹੋ ਗਿਆ ਕਿ 2/3 40 ਜਾਂ 40 ਤੋਂ ਪਲੱਸ ਹੀ ਚਾਹੀਦੀਆਂ ਹੋਣਗੀਆਂ। 2/3 ਤਾਂ ਇਹੀ ਹੋਇਆ ਹੀ ਫਿਰ। ਬਿਲਕੁਲ, ਤਾਂ ਮਤਲਬ ਇਹ ਹੈ ਕਿ ਜਿਹੜਾ ਬੇਭਰੋਸਗੀ ਨੋ ਕੌਨਫੀਡੈਂਸ ਵਾਲਾ ਮੋਸ਼ਨ ਸੀ ਉਹ ਤਾਂ ਫਿਰ ਨਹੀਂ ਪਾਸ ਹੋ ਸਕਿਆ ਨਾ, ਤਾਂ ਫਿਰ ਡਿੱਗ ਗਿਆ, ਫੇਲ ਹੋ ਗਿਆ, ਉਹ ਸਕਸੈਸਫੁਲ ਨਹੀਂ ਹੋ ਸਕਿਆ। ਰਾਈਟ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਉਹ ਨਹੀਂ ਸਕਸੈਸਫੁਲ ਹੋ ਸਕਿਆ ਜੀ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਵਕੀਲ ਸਾਹਿਬ ਤੁਹਾਡੇ ਕੋਲ ਵਾਪਸ ਆਉਂਗਾ। ਇਸ ਵਿਚਾਲੇ ਸਾਡੇ ਨਾਲ ਸੰਜੀਵ ਬਿੱਟੂ ਜੁੜ ਚੁੱਕੇ ਨੇ, ਮੇਅਰ ਪਟਿਆਲਾ ਦੇ, ਜਿਨ੍ਹਾਂ ਦੀ ਕੁਰਸੀ ਨੂੰ ਲੈ ਕੇ ਪੂਰਾ ਜਿਹੜੀ ਖਿੱਚੋਤਾਣ ਚੱਲ ਰਹੀ ਸੀ। ਸੰਜੀਵ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਦੇ ਉੱਤੇ। ਪਹਿਲਾਂ ਤਾਂ ਦੱਸੋ ਕਿ ਹੋਇਆ ਕੀ? ਬ੍ਰਹਮ ਮਹਿੰਦਰਾ ਕਹਿ ਗਏ ਕਿ ਅਸੀਂ ਮੇਅਰ ਨੂੰ ਸਸਪੈਂਡ ਕਰ ਦਿੱਤਾ ਹੈ। ਦੱਸੋ ਕੁਰਸੀ ਤੁਹਾਡੇ ਕੋਲ, ਤੁਹਾਨੂੰ ਮੇਅਰ ਕਵਾਂ ਜਾਂ ਨਾ ਕਵਾਂ? ਹੁਣ ਨਾ ਮੈਨੂੰ ਮੇਅਰ ਦਾ ਕੋਈ ਫਰਕ ਹੈ, ਨਾ ਮੈਨੂੰ ਕੁਰਸੀ ਦਾ ਕੋਈ ਫਰਕ ਹੈ। ਜੋ ਅੱਜ ਲੋਕਤੰਤਰ ਦੇ ਵਿੱਚ ਅੱਜ ਇੱਕ ਨਗਰ ਨਿਗਮ ਜਿਹੜੀ ਇੱਕ ਅਜਿਹੀ ਸੰਸਥਾ ਹੈ ਜਿੱਥੇ ਹਰੇਕ ਵਿਅਕਤੀ ਦੇ ਜੀਵਨ ਤੋਂ ਲੈ ਕੇ ਮਰਨ ਤੱਕ ਦਾ ਸੰਬੰਧ ਰਹਿੰਦਾ ਹੈ, ਤੇ ਇੱਕ ਆਪਣੇ ਆਪ 'ਚ ਇੱਕ ਸਰਕਾਰ ਹੈ, ਕੰਮ ਕਰਦੀ ਹੈ, ਲੋਕਾਂ ਦੇ ਪਾਣੀ, ਸੀਵਰ, ਸੜਕ, ਹਰ ਤਰੀਕੇ ਦੀ ਜਿਹੜੀ ਜ਼ਰੂਰਤ ਪੂਰੀ ਕਰਦੀ ਆ। ਉਸ ਦੇ ਵਿੱਚ ਉੱਥੇ ਦੇ ਚੁਣੇ ਹੋਏ ਪ੍ਰਤੀਨਿਧੀਆਂ ਦੇ ਨਾਲ ਪੁਲਿਸ ਨੇ ਉਹਨਾਂ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ। ਉਹ ਮੈਨੇ ਲਾਈਵ ਹੋ ਕੇ ਪਾਇਆ। 2 ਕਾਉਂਸਲਰ ਮੇਰੇ ਕਿਡਨੈਪ ਕੀਤੇ। ਉਸ ਤੋਂ ਬਾਅਦ ਤੁਸੀਂ ਪੂਰੀ ਵੀਡੀਓ ਜੇ ਦੇਖੋ ਤਾਂ ਇੱਕ ਲੋਕਲ ਬਾਡੀਜ਼ ਮਿਨਿਸਟਰ, ਇੱਕ ਸੀਨੀਅਰ ਡਿਪਟੀ ਮੇਅਰ ਨੂੰ ਪਹਿਲਾਂ ਕੁਰਸੀ ਤੇ ਬਿਠਾਇਆ ਪਿਆ, ਤੁਹਾਡੇ ਚੈਨਲ ਦੇ ਉੱਪਰ ਚੱਲ ਰਿਹਾ, ਵੀਡੀਓ ਦੇ ਵੀ ਚੱਲ ਰਿਹਾ। ਤੇ ਮੈਂ ਇਹ ਗੱਲ ਅੱਜ ਸ਼ਰਮ ਮਹਿਸੂਸ ਕਰ ਰਿਹਾ ਕਿ ਅਸੀਂ ਲੋਕਤੰਤਰ ਦੇ ਵਿੱਚ ਪਹਿਲਾਂ ਸੜਕਾਂ ਤੇ, ਇਲੈਕਸ਼ਨਾਂ 'ਚ, ਸਰਪੰਚੀ 'ਚ, ਐਮਐਲਏ, ਐਮਪੀ, ਐਮਸੀ ਝਗੜੇ ਹੁੰਦੇ ਸੀਗੇ। ਮੈਂ ਬਿਲਕੁਲ ਦੇਖਦੇ ਸੀਗੇ ਕਿ ਚਲੋ ਪਬਲਿਕ ਦੀ ਗੁੱਸਾ, ਆਪਸੀ ਦੁਸ਼ਮਣੀ ਜਾਂ ਕੁਝ ਨਿਕਲ ਜਾਂਦਾ ਹੈ, ਪਰ ਇੱਕ ਚੁਣੇ ਹੋਏ ਪ੍ਰਤੀਨਿਧੀ ਦੇ ਨਾਲ ਮੇਰੇ ਖਿਆਲ ਨਾਲ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ 75 ਸਾਲਾਂ ਦੇ ਵਿੱਚ ਕਿਸੇ ਲੋਕਤੰਤਰ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਅਜਿਹਾ ਵਰਤਾਓ ਨਹੀਂ ਕਦੇ ਕਿਸੇ ਨੇ ਕੀਤਾ। ਮੈਂ 30 ਸਾਲ ਕਾਂਗਰਸ ਦੇ ਵਿੱਚ ਕੰਮ ਕੀਤਾ। ਮੈਂ ਬੜਾ ਬਚਪਨ ਤੋਂ ਲੈ ਕੇ ਕਾਲਜ, ਸਕੂਲ, ਸਾਰਾ ਕੁਝ, ਅੱਤਵਾਦ, ਸਭ ਕੁਝ ਅਸੀਂ ਹੰਢਾਇਆ। ਮੈਨੂੰ ਇਹ ਨਹੀਂ ਸਮਝ ਆਈ ਕਿ ਪਾਰਟੀ ਦੇ ਵਿੱਚ ਇੱਕੋ ਦਮ ਐਡੀ ਵੱਡੀ ਤਬਦੀਲੀ ਕਿ ਕਾਂਗਰਸ ਪਾਰਟੀ ਨੇ ਸਾਨੂੰ ਹਿੰਦੂ ਲੀਡਰਾਂ ਨੂੰ ਕਿਉਂ ਟਾਰਗੇਟ ਕਰਨਾ ਸ਼ੁਰੂ ਕੀਤਾ। ਮੈਂ ਇਹ ਨਹੀਂ ਗੱਲ ਕਿ ਮੈਂ ਕਿਸੇ ਧਰਮ ਦੇ ਨਾਮ ਤੇ ਗੱਲ ਕਰ ਰਿਹਾ ਜਾਂ ਕੁਝ ਕਰ ਰਿਹਾ, ਕਿ ਜਦੋਂ ਕਿਤੇ ਵੀ ਕੋਈ ਗੱਲ ਮੈਨੂੰ ਦੇਖਣ ਨੂੰ ਮਿਲ ਰਹੀ ਹੈ ਆਲੇ ਦੁਆਲੇ, ਜੇ ਮੇਰੇ ਤੋਂ ਪਹਿਲਾਂ ਕੇ ਸ਼ਰਮਾ ਜੀ ਸਾਡੇ ਜਿਹੜੇ ਪੀਆਰਟੀਸੀ ਦੇ ਚੇਅਰਮੈਨ, ਚਲੋ ਉਹਨਾਂ ਨੂੰ ਬਦਲਿਆ ਗਿਆ, ਸਰਕਾਰ ਦਾ ਮਨ ਸੀਗਾ ਜਿਵੇਂ ਮਰਜ਼ੀ ਕਰਦੇ, ਉਸ ਤੋਂ ਬਾਅਦ ਮੇਰੇ ਨਾਲ ਇਹਨਾਂ ਨੇ ਗੱਲ ਕੀਤੀ। ਤੇ ਮੈਨੂੰ ਜਦੋਂ ਜਿਹੜਾ ਵਕੀਲ ਸਾਹਿਬ ਤੁਹਾਡੇ ਗੱਲ ਕਰ ਰਹੇ ਸੀਗੇ, ਜਿਹੜਾ ਟੋਟਲ ਸਾਡਾ 63 ਦਾ ਹਾਊਸ ਹੈ, 3 ਐਮਐਲਏ, 60 ਕਾਉਂਸਲਰ, ਸਾਡੇ ਉੱਥੇ 62 ਬੰਦੇ ਹਾਜ਼ਰ ਸੀਗੇ। ਇੱਕ ਸਾਡੇ ਜਿਹੜੇ ਐਮਐਲਏ ਚੰਦੂਮਾਜਰਾ ਸਾਹਿਬ ਨੇ ਵੋਟ ਨਹੀਂ ਪੋਲ ਕੀਤੀ। ਉਸ ਤੋਂ ਬਾਅਦ ਜਿਹੜੇ 1/3 ਮੈਨੂੰ ਚਾਹੀਦਾ ਸੀਗਾ, ਜਿਹੜਾ ਸਾਫ਼ ਲਿਖਿਆ ਪਿਆ, ਉਹ ਸੀਗਾ 21 ਕਾਉਂਸਲਰ, ਮੇਰੇ ਨਾਲ 25 ਕਾਉਂਸਲਰ ਸੀਗੇ ਸਾਡੇ। ਮੇਰੀ ਗਿਣਤੀ ਜਾਂ ਕਾਉਂਸਲਰ ਜਾਂ ਮੇਅਰਸ਼ਿਪ ਦੀ ਗੱਲ ਨਹੀਂ, ਜੋ ਅੱਜ ਲੋਕਤੰਤਰ ਦੇ ਸਭ ਤੋਂ ਜਿਹੜੀ ਜੜ ਹੈ ਉਹ ਇੱਕ ਮੈਂ ਉਸ ਪੁਆਇੰਟ ਦੇ ਉੱਤੇ ਆਣਾ ਸਰ, ਮੈਂ ਉਸ ਪੁਆਇੰਟ ਦੇ ਉੱਤੇ ਆਵਾਂਗਾ ਜਿਹੜਾ ਤੁਸੀਂ ਪੁਆਇੰਟ ਕਹਿ ਰਹੇ ਹੋ। ਮੈਂ ਕਾਂਗਰਸ ਦੇ ਨੁਮਾਇੰਦੇ ਸਾਡੇ ਨਾਲ ਮੌਜੂਦ ਨੇ, ਮੈਂ ਉਹਨਾਂ ਤੋਂ ਪੁੱਛਾਂਗਾ। ਮੈਂ 2 ਚੀਜ਼ਾਂ ਹੋਰ ਸਮਝਣੀਆਂ ਚਾਹੁੰਦਾ। ਪਹਿਲੀ ਗੱਲ, ਤੁਸੀਂ ਕਾਂਗਰਸੀ ਹੋ ਕਿ ਨਹੀਂ? ਹੁਣ ਕਾਂਗਰਸ ਦੇ ਨਾਲ ਜੁੜੇ ਹੋਏ ਹੋ, ਤੁਸੀਂ ਖੁਦ ਕਿਹਾ 30 ਸਾਲ ਤੋਂ ਮੈਂ ਕਾਂਗਰਸੀ ਹਾਂ, ਪਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਚੁੱਕੇ ਨੇ। ਮੇਰਾ ਸਰ ਦੂਜਾ ਸਵਾਲ ਵੀ ਇੱਕ ਵਾਰੀ ਸੁਣ ਲਿਓ ਸਰ, ਤੁਸੀਂ ਇਕੱਠਾ ਜਵਾਬ ਦੇ ਦਿਓ।
ਦੂਜਾ ਇਹ ਸਮਝਾ ਦਿਓ ਲੋਕਾਂ ਨੂੰ ਕਿ ਇਹ ਨੋ ਕੌਨਫੀਡੈਂਸ ਮੋਸ਼ਨ ਸੀ ਜਾਂ ਕੌਨਫੀਡੈਂਸ ਮੋਸ਼ਨ ਸੀ। ਦੇਖੋ ਫਰਕ ਮੈਂ ਵਕੀਲ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰੂੰਗਾ। ਨੋ ਕੌਨਫੀਡੈਂਸ ਮੋਸ਼ਨ ਸੀ ਇਹ ਜਿਸ ਦੇ ਉੱਤੇ VOTING ਹੋਈ ਹੈ। ਮੇਰੀ ਹੁਣ ਗੱਲ ਬਿਲਕੁਲ ਸਪਸ਼ਟ ਸਾਫ਼ ਸਮਝ ਆਉਂਦੀ ਹੈ। ਜਿਸ ਦਿਨ ਇੱਕ 60 ਹਾਊਸ ਦੇ ਕੌਂਸਲਰ ਦੇ ਵਿੱਚ ਮੇਅਰ ਬਣਦਾ ਉਸ ਦਿਨ ਉਹ 31 ਕੌਂਸਲਰਾਂ ਨਾਲ ਬਣਦਾ ਹੈ। ਜਿਸ ਦਿਨ ਅਸੀਂ ਨਵਾਂ ਹਾਊਸ ਬਣਾਉਂਦੇ ਹਾਂ ਤਾਂ 31 ਬੰਦੇ ਹੋਣਗੇ ਤਾਂ ਉਹ ਮੇਅਰ ਬਣੇਗਾ। ਠੀਕ ਜੀ। ਜਦੋਂ ਕਿਸੇ ਮੇਅਰ ਨੂੰ ਰਿਮੂਵਲ ਹੁੰਦੀ ਹੈ, ਕੋਈ ਮਤਾ ਆਉਂਦਾ ਹੈ, ਤਾਂ ਉਹਦੇ ਵਿੱਚ ਮੈਨੇ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਦੇ ਤਹਿਤ ਮੇਰਾ ਬਣਦਾ ਹਿੱਸਾ ਜਿਹੜਾ ਸੀਗਾ ਉਹ ਪੇਸ਼ ਕਰਨਾ ਸੀਗਾ, ਉਹ 1/3 ਸੀਗਾ ਕੌਂਸਲਰ ਦਾ, ਉਹ ਮੇਰਾ ਉਸ ਤੋਂ 20% ਵੀ ਉੱਪਰ ਮੈਨੇ ਲੈ ਗਿਆ ਜੀ। 25 ਕੌਂਸਲਰ ਮੇਰੇ ਨਾਲ ਕਾਰਪੋਰੇਸ਼ਨ ਦੇ ਵਿੱਚ ਆ ਕੇ ਖੜ ਗਏ ਕਿ ਅਸੀਂ ਇਸ ਨੋ ਕੌਨਫੀਡੈਂਸ ਮੋਸ਼ਨ ਦੇ ਖਿਲਾਫ ਮੇਅਰ ਦੇ ਹੱਕ ਦੇ ਵਿੱਚ ਆਪਣਾ ਪੋਲ ਕਰਦੇ ਹਾਂ। ਤਾਂ ਉਸ ਤੋਂ ਬਾਅਦ ਇਹਨਾਂ ਦਾ 31 ਵਾਸਤੇ ਜ਼ੋਰ ਲਗਾਣਾ ਕਰਨਾ। ਤੁਸੀਂ ਇੱਕ ਗੱਲ ਦੇਖੋ ਕਿ ਇੱਕ ਲੋਕਲ ਬੋਡੀਜ਼ ਮਿਨਿਸਟਰ ਆਪ ਵਿੱਚ ਬੈਠ ਕੇ ਕਿਸ ਤਰੀਕੇ ਦੇ ਨਾਲ ਸੀਨੀਅਰ ਡਿਪਟੀ ਮੇਅਰ ਨੂੰ ਮੇਰੇ ਜਾਣ ਤੋਂ ਪਹਿਲਾਂ ਮਿਨਿਸਟਰ ਦੀ ਆਪਣਾ ਮੇਅਰ ਦੀ ਕੁਰਸੀ ਤੇ ਬਿਠਾ ਕੇ ਬੈਠਾ, ਮੈਨੂੰ ਉੱਥੇ ਜਦੋਜਹਿਦ ਕਰਕੇ ਉਹਨੂੰ ਉਠਾਉਣਾ ਪਿਆ। ਉਸ ਤੋਂ ਬਾਵਜੂਦ ਜਿਹੜੇ ਕੌਂਸਲਰਾਂ ਦਾ ਅਪਹਰਨ ਕਰਨ ਦੀ ਕਾਰਪੋਰੇਸ਼ਨ ਦੇ ਅੰਦਰ ਕੋਸ਼ਿਸ਼ ਕੀਤੀ ਹੈ, ਮੈਂ ਇਹ ਸਮਝਦਾ ਕਿ ਅੱਜ ਤੱਕ ਮੈਨੂੰ ਨਹੀਂ ਕੋਈ ਯਾਦ ਕਿ ਕਦੇ ਕਿਸੇ ਇਲੈਕਸ਼ਨ ਦੇ ਵਿੱਚ ਐਡੀ ਵੱਡੀ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਨੂੰ 2 MCA ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਤੁਹਾਡੇ ਵੀਡੀਓ ਦੇ ਉੱਪਰ ਚੱਲ ਰਹੀ ਹੈ, ਤੁਹਾਡੇ ਆਪਣਾ TV ਦੇ ਉੱਪਰ ਚੱਲ ਰਿਹਾ। ਤਾਂ ਮੈਂ ਇਹ ਪ੍ਰੈਸ ਦੇ ਰਾਹੀਂ ਜ਼ਰੂਰ ਗੱਲ ਕਰਾਂਗਾ ਕਿ ਅੱਜ ਇਹਨਾਂ ਬੰਦਿਆਂ ਤੋਂ ਜਿਨ੍ਹਾਂ ਨੇ ਇਹ ਕੰਮ ਕੀਤਾ, ਜਿਹੜੇ ਸਾਡੇ ਮੰਤਰੀ ਬ੍ਰਹਮਿੰਦਰਾ ਨੇ, ਉਹਨਾਂ ਦੇ ਕੌਂਸਲਰ ਨੇ, ਜਿਹੜੇ ਸਾਡੇ ਅਫਸਰ ਜਿਹੜੇ ਵਿੱਚ ਸ਼ਾਮਲ ਹਨ, ਸਾਡੇ ਪੁਲਿਸ ਦੇ ਅਫਸਰ ਜਿਹੜੇ ਸ਼ਾਮਲ ਹਨ, ਕਿ ਉਸ ਤੋਂ ਬਾਅਦ ਜਿਹੜਾ ਬੰਦੇ ਚੁਣਿਆ ਪਿਆ ਨੁਮਾਇੰਦਾ ਹੈ ਅੱਜ ਉਹ ਸੁਰੱਖਿਅਤ ਨਹੀਂ ਹੈ। ਉਸ ਦੇ ਖਿਲਾਫ ਉਹਦੀ ਸੰਸਥਾ ਦੇ ਵਿੱਚ ਜਾ ਕੇ ਉੱਥੇ ਜਿਹੜੀ ਸੰਸਥਾ ਉਹਦੇ ਵਿੱਚ ਜਾ ਕੇ ਉਹਨੂੰ ਅਪਹਰਨ ਕੀਤਾ ਜਾਂਦਾ ਹੈ। ਥੋੜਾ ਜਿਹਾ ਹੁਣ ਇੰਤਜ਼ਾਰ ਕਰਿਓ। ਹਾਂਜੀ ਠੀਕ ਹੈ ਬਿੱਟੂ ਜੀ, ਤੁਸੀਂ ਆਪਣੀ ਗੱਲ ਬਹੁਤ ਤਫਸੀਲ ਦੇ ਨਾਲ ਰੱਖੀ ਹੈ, ਥੋੜਾ ਜਿਹਾ ਇੰਤਜ਼ਾਰ ਕਰਿਓ। ਭਾਈ ਕਾਂਗਰਸ ਦੇ ਬਹੁਤ ਸੀਨੀਅਰ ਲੀਡਰ ਸਾਡੇ ਨਾਲ ਮੌਜੂਦ ਨੇ। ਅਰਸ਼ਪ੍ਰੀਤ ਖਡਿਆਲ ਜੀ, ਉਹ ਖੁਦ ਵੀ ਵਕੀਲ ਨੇ ਤੇ ਉਮੀਦ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜੇ ਉਹ ਟਿੱਪਣੀ ਕਰਨਗੇ ਕੋਈ ਕਾਂਗਰਸ ਦੇ ਪੱਖ ਤੋਂ ਵੀ ਤਾਂ ਉਹ ਲੀਗਲੀ ਬਿਲਕੁਲ ਠੀਕ ਹੋਏਗੀ। ਅਰਸ਼ ਜੀ, ਤੁਹਾਡਾ ਫਰਸਟ ਕਮੈਂਟ ਸਰ, ਬੜਾ ਇੰਤਜ਼ਾਰ ਕੀਤਾ ਤੁਸੀਂ ਅੱਜ ਚਰਚਾ ਦੇ ਵਿੱਚ। ਪਹਿਲਾ ਤਾਂ ਸਵਾਲ ਇਹੀ ਹੈ ਕਿ ਬ੍ਰਹਮਹਿੰਦਰਾ ਕਹਿ ਗਏ ਕਿ ਅਸੀਂ ਮੇਅਰ ਨੂੰ ਸਸਪੈਂਡ ਕਰ ਦਿੱਤਾ ਹਾਊਸ ਨੇ, ਉਹ ਕਿਵੇਂ? ਤੇ ਦੂਜਾ ਮੇਅਰ ਕਹਿ ਰਹੇ ਨੇ ਕਿ ਬੇਭਰੋਸਗੀ ਮਤਾ ਸੀ, ਮੈਨੂੰ ਜ਼ਰੂਰਤ ਸੀ 1/3 ਦੀ, 20 ਕੀ ਮੇਰੇ ਕੋਲ ਕਾਉਂਸਲਰ ਚਾਹੀਦੇ ਸੀ, ਉਹ ਹੈ ਔਰ ਮੈਂ 25 ਮੇਰੇ ਹੱਕ ਦੇ ਵਿੱਚ ਆ ਗਏ। ਰਾਈਟ, ਹੁਣ ਮੈਂ ਕਲੈਰੀਫਾਈ ਕਰਦਾ ਜੀ। ਪਹਿਲੀ ਗੱਲ ਤਾਂ ਜਿਹੜੇ ਫੇਵਰ ਚ ਵੋਟ ਹੋਏ ਆ ਮੇਅਰ ਸਾਹਿਬ ਦੇ ਉਹ ਸੀਗੇ 25, ਜਿਹੜੇ ਅਗੇਂਸਟ ਹੋਏ ਉਹ 36। ਇਥੋਂ ਕਲੀਅਰ ਕੱਟ ਪਿਕਚਰ ਇਹ ਪਤਾ ਲੱਗ ਜਾਂਦੀ ਹੈ ਸਰ ਉਹ 42 ਚਾਹੀਦੇ ਸੀਗੇ ਖਿਲਾਫ ਸੀ। ਨੰਬਰ 1। ਨੰਬਰ 2, ਮੇਅਰ ਸਾਹਿਬ ਨੂੰ ਰਿਕੁਆਇਰਮੈਂਟ ਕਾਈਂਡਲੀ ਮੈਨੂੰ ਕੰਪਲੀਟ ਕਰ ਲੈਣ, ਮੈਂ ਇੰਟਰਪਟ ਨਹੀਂ ਕੀਤਾ ਜੀ। ਦੂਜੀ ਗੱਲ, ਮੇਅਰ ਸਾਹਿਬ ਨੂੰ ਰਿਕੁਆਇਰਮੈਂਟ ਸੀਗੀ ਟੋਟਲ 30 ਤੋਂ ਪਲੱਸ ਵੋਟਸ ਦੀ, 31 ਮਿਨੀਮਮ ਉਹਨਾਂ ਕੋਲੇ ਹੋਣੇ ਚਾਹੀਦੇ ਸੀ, ਉਹਨਾਂ ਕੋਲੇ ਸਿਰਫ ਸੀਗੇ 25। ਦੇਅਰਫੋਰ ਉਹਨਾਂ ਕੋਲੇ ਥੋੜੀ ਜਿਹੀ ਮੈਂ ਗੱਲ ਕਰਨੀ ਚਾਹਾਂਗਾ ਕਿ ਜਿਹੜੇ 31 ਬੰਦੇ ਚਾਹੀਦੇ ਸੀਗੇ, ਜੇ ਨਵਾਂ ਮੇਅਰ ਬਣਾਉਣਾ ਤਾਂ ਚਾਹੀਦੇ ਆ। ਨਹੀਂ, ਤੁਸੀਂ ਗਲਤ ਗੱਲ ਕਰ ਰਹੇ ਹੋ। ਜੇ ਤੁਸੀਂ ਗਲਤ ਗੱਲ ਕਰੋਗੇ ਮੈਂ ਬਿਲਕੁਲ ਨਹੀਂ ਸੁਣਨੀ। ਜੇ ਤੁਸੀਂ ਗੱਲ ਜਾਇਜ਼ ਕਰੋਗੇ, ਮੇਰੀ ਬੇਨਤੀ ਸੁਣ ਲਓ ਜੀ, ਮੈਂ ਆਪਣਾ ਪੱਖ ਰੱਖ ਰਿਹਾ। ਅਸੀਂ ਨਵਾਂ ਮੇਅਰ ਨਹੀਂ ਬਣਾ ਰਹੇ, ਰਿਮੂਵਲ ਹੈ। ਰਿਮੂਵਲ ਦੇ ਵਿੱਚ ਕਲੀਅਰ ਕੱਟ ਦੇਖੋ, ਤੁਸੀਂ ਮੀਡੀਆ ਦੇ ਵਿੱਚ ਇੱਕ TV ਦੇ ਉੱਪਰ ਜਿਹੜਾ ਝੂਠ ਬੋਲ ਰਹੇ ਹੋ, ਮੈਂ ਇਹ ਝੂਠ ਨਹੀਂ ਸੁਣ ਸਕਦਾ। ਜੇ ਤੁਸੀਂ ਝੂਠ ਬੋਲਣਾ ਹੈ, ਇਹ ਤੁਸੀਂ ਜਿਹੜਾ ਝੂਠ ਅੱਜ ਜਿਹੜਾ ਬੋਲਿਆ ਉਹ ਕਾਰਪੋਰੇਸ਼ਨ 'ਚ ਵੀ ਜਾ ਕੇ ਬੋਲਿਆ, ਤੁਹਾਡੇ ਮਿਨਿਸਟਰ ਸਾਹਿਬ ਨੇ ਵੀ ਬੋਲਿਆ, ਤੁਹਾਡੇ ਕੌਂਸਲਰ ਸਾਹਿਬ ਨੇ, ਤੁਹਾਡੇ ਅਫਸਰਾਂ ਨੇ ਬੋਲਿਆ। ਇਹ ਮੈਂ ਝੂਠ ਨਹੀਂ ਮੈਨੇ ਸੁਣਨਾ, ਮੈਂ ਇਹ ਝੂਠ ਸੁਣਨ ਵਾਸਤੇ ਨਹੀਂ ਤੁਹਾਡੀ ਬੈਠਾ ਹੋ ਰਹੇ। ਤੁਸੀਂ ਮੇਰੀ ਗੱਲ ਦਾ ਜਵਾਬ ਦਿਓ, ਜਿਹੜੀ ਮੇਅਰ ਦੀ ਰਿਮੂਵਲ ਕਿਵੇਂ ਹੈ? ਤੁਸੀਂ ਮੇਅਰ ਦੀ, ਮੈਂ ਕੋਈ ਨਵਾਂ ਮੇਅਰ ਨਹੀਂ, ਜੇ ਮੈਂ ਨਵਾਂ ਜੇ ਮੇਅਰ ਨਵਾਂ ਚੁਣਨਾ ਹੈ, ਜੇ ਮੇਅਰ ਨਵਾਂ ਚੁਣਨਾ ਹੈ ਤਾਂ 60 ਚੋਂ 31 ਕੌਂਸਲਰ ਚਾਹੀਦੇ ਆ। ਜੇ ਮੇਅਰ ਨੂੰ 60 ਚੋਂ ਰਿਮੂਵ ਕਰਨਾ ਹੈ ਤਾਂ ਉਹਦੇ ਖਿਲਾਫ 40 ਚਾਹੀਦੇ ਆ। ਤੁਹਾਡਾ ਪੁਆਇੰਟ ਆਇਆ ਸਰ, ਪੰਜਾਬ ਦੇ ਲੋਕ ਦੇਖ ਰਹੇ ਨੇ। ਅੱਜ ਇਹਨਾਂ ਨੂੰ 42 ਇੱਕ ਵਾਰੀ ਇੰਤਜ਼ਾਰ ਕਰੋ, ਤੁਸੀਂ ਆਪਣੀ ਗੱਲ ਰੱਖੋ, ਕੋਈ ਦਿੱਕਤ ਨਹੀਂ ਹੈ। ਦੇਖੋ ਪੂਰਾ ਪੰਜਾਬ ਅੱਜ ਗੱਲ ਪਟਿਆਲੇ ਦੀ ਨਹੀਂ ਹੈ, ਇਹ ਪੂਰੇ ਪੰਜਾਬ ਦੀ ਗੱਲ ਅੱਜ, ਇਹ ਪੰਜਾਬ ਦੀ ਸਿਆਸਤ ਦੀ ਗੱਲ ਹੈ। ਇਸ ਕਰਕੇ ਅਸੀਂ ਟੌਪਿਕ ਨੂੰ ਵੀ ਚੁਣਿਆ। ਆਮ ਤੌਰ ਤੇ ਇੱਕ ਸ਼ਹਿਰ ਦੇ ਉੱਤੇ ਗੱਲਬਾਤ ਨਹੀਂ ਕਰਦੇ ਅਸੀਂ ਆਪਣੇ ਵੱਡੇ ਇਸ ਪ੍ਰਾਈਮ ਟਾਈਮ ਸ਼ੋਅ। ਮੈਂ ਆਪਣੀ ਗੱਲ ਰੱਖਣੀ ਚਾਹੁੰਦਾ, ਥੋੜਾ ਜਿਹਾ ਇੰਤਜ਼ਾਰ ਕਰੋ। ਸਰਕਾਰ ਦੇ ਵਿੱਚ ਅੱਜ ਮੂੰਹ ਕਾਲਾ ਕੀਤਾ ਇਹਨਾਂ ਨੇ, ਸਰਕਾਰ ਦਾ, ਪਾਰਟੀ ਦਾ ਮੂੰਹ ਕਾਲਾ ਕੀਤਾ। ਇੱਕ ਚੁਣੇ ਪਏ ਬੰਦੇ ਨੂੰ ਤੁਸੀਂ ਥੋੜਾ ਜਿਹਾ ਇੰਤਜ਼ਾਰ ਕਰੋ ਸਰ, ਉਹਦੀ ਸੰਸਥਾ। ਠੀਕ ਹੈ ਸਰ, 30 ਸੈਕਿੰਡਸ ਦੋ ਨਾ ਸਰ, 30 ਸੈਕਿੰਡਸ ਦੋ। ਇੱਕ ਵਾਰੀ ਗੱਲ ਸੁਣੋ ਉਹਨਾਂ ਦੀ ਕੀ ਕਹਿ ਰਹੇ ਨੇ, ਇੱਕ ਵਾਰੀ ਉਹਨਾਂ ਦੀ ਗੱਲ ਸੁਣੋ, ਤੁਸੀਂ ਉਹਦੇ ਉੱਪਰ ਰਿਐਕਟ ਕਰਿਓ, ਕੋਈ ਦਿੱਕਤ ਨਹੀਂ। ਆਪਾਂ ਬਹਿਸ ਜਾਂ ਆਪਣੀ ਚਰਚਾ ਐਵੇਂ ਹੁੰਦੀ ਹੈ, ਆਪਾਂ ਰੌਲਾ ਤਾਂ ਨਹੀਂ ਪਾਉਣਾ ਹੈਗਾ ਨਾ। ਤੁਸੀਂ ਆਪਣੀ ਗੱਲ ਰੱਖ ਰਹੇ ਹੋ, ਉਹਨਾਂ ਨੂੰ ਰੱਖ ਲੈਣ ਦਿਓ, ਉਸ ਤੋਂ ਬਾਅਦ ਤੁਸੀਂ ਆਪਣਾ ਪੱਖ ਰੱਖੋ। ਮੇਰੀ ਗੱਲ ਸੁਣ ਲਓ ਜੀ, ਮੈਂ ਉਹਦੇ ਝੂਠ ਸੁਣਨਾ ਨਹੀਂ,
ਮੈਂ ਸੱਚ ਦੇ ਉੱਪਰ ਗੱਲ ਖੜਾ, ਗੌਰਵ ਜੀ, ਕਾਨੂੰਨ ਨੇ ਨਹੀਂ ਸਰ, ਝੂਠ ਸੱਚ ਦਾ ਫੈਸਲਾ ਤਾਂ ਜਨਤਾ ਕਰੇਗੀ ਨਾ। ਤੁਸੀਂ ਆਪਣਾ ਪੱਖ ਰੱਖਣਾ, ਉਹਨੇ ਆਪਣਾ ਪੱਖ ਰੱਖਣਾ। ਮੈਂ ਨਹੀਂ ਡਿਸਾਈਡ ਕਰ ਰਿਹਾ ਕਿ ਕੌਣ ਝੂਠ ਬੋਲ ਰਿਹਾ, ਕੌਣ ਸੱਚ ਬੋਲ ਰਿਹਾ। ਸਾਹਮਣੇ ਆ ਚੁੱਕੀ ਹੈ। ਠੀਕ ਹੈ ਸਰ, ਹਾਂ ਇੱਕ ਸੈਕਿੰਡ, ਲੋਕ ਡਿਸਾਈਡ ਕਰਨਗੇ। ਠੀਕ ਹੈ ਅਰਜੀ, ਕੰਪਲੀਟ ਕਰੋ ਤੁਸੀਂ। ਥੈਂਕ ਯੂ ਸੋ ਮਚ। ਪਹਿਲੀ ਗੱਲ, ਜਿਹੜੇ ਕੁਝ ਕਾਉਂਸਲਰ ਸੀਗੇ ਵੀ, ਉਹਨਾਂ ਨੇ ਜਿਨ੍ਹਾਂ ਨੇ ਹੱਕ ਦੇ ਵਿੱਚ ਮੇਅਰ ਸਾਹਿਬ ਦੇ ਵੋਟ ਕੀਤਾ, ਉਹਨਾਂ ਚੋਂ ਕੁਝ ਅਬਰੋਡ ਤੋਂ ਆਏ ਹੋਏ ਸੀਗੇ, who were supposed to have been quarantined, but ਉਹ in house ਸੀ। ਉਹਨਾਂ ਨੂੰ ਉੱਥੇ ਨਾ ਤਾਂ ਹੋਣਾ ਚਾਹੀਦਾ ਸੀਗਾ, which is against the law of the land, because ਜਿਹੜਾ ਵੀ USA ਤੋਂ ਵਾਪਸ ਆਉਂਦਾ, ਅਬਰੋਡ ਤੋਂ ਵਾਪਸ ਆਉਂਦਾ, he is supposed to quarantine। ਭਾਈ ਸਾਹਿਬ ਆਪਣੀ ਜਾਣਕਾਰੀ ਪੂਰੀ ਕਰੋ। 12 ਕੰਟਰੀ ਦੇ ਉੱਪਰ ਬੈਨ ਹੈ, ਅਮਰੀਕਾ ਦਾ ਨਹੀਂ ਹੈ। ਵੈਕਸੀਨੇਸ਼ਨ ਹੋਈ ਪਈ ਸੀ, ਕੋਵਿਡ ਦੀ ਜਿਹੜੀ ਟੈਸਟ ਰਿਪੋਰਟ ਨਾਲ ਸੀਗੀ ਉਹਨਾਂ ਦੀ। ਸੁਣ ਲਓ ਮੇਰੀ ਗੱਲ, ਤੁਸੀਂ ਮਤਲਬ ਕਿ ਜੋ ਅੱਜ ਲੋਕਤੰਤਰ ਦੇ ਮੂੰਹ ਕਾਲਾ ਕੀਤਾ ਹੈ, ਸਭ ਤੋਂ ਵੱਡੀ ਸੰਸਥਾ ਦੇ ਵਿੱਚ ਤੁਸੀਂ ਐਮਸੀਆਂ ਦੀ ਕਿਡਨੈਪਿੰਗ ਕਰ ਰਹੇ ਹੋ ਯਾਰ। ਤੁਸੀਂ ਮਿਨਿਸਟਰ ਜਾ ਕੇ ਅੰਦਰ ਬੋਲ ਰਹੇ ਹੋ। ਨਹੀਂ ਛੱਡੋ ਜੀ ਰੱਬ ਨਾਲ। ਬਹੁਤ ਅੱਜ ਕਾਲਾ ਦਿਨ ਇਹ ਗਿਣਿਆ ਜਾਊਗਾ ਇਤਿਹਾਸ ਦੇ ਵਿੱਚ, ਹਿੰਦੁਸਤਾਨ 'ਚ ਦਰਜ ਹੋਊਗਾ ਕਿ ਕਾਰਪੋਰੇਸ਼ਨ ਦੇ ਇਲੈਕਸ਼ਨਾਂ 'ਚ ਐਮਸੀਆਂ ਨੂੰ ਗਾਇਬ ਕਰ ਦਿਓ। ਬੱਲੇ ਤੁਹਾਡੇ, ਇਸ ਤੋਂ ਵੱਧ ਤੁਹਾਡੇ ਕੋਲੋਂ ਮਾੜਾ ਕੰਮ ਕੋਈ ਸੋਚ ਨਹੀਂ ਸਕਦੇ ਪੰਜਾਬ ਦੇ ਲੋਕ, ਹਿੰਦੁਸਤਾਨ ਦੇ ਲੋਕ। ਅੱਜ ਮੈਨੂੰ ਸ਼ਰਮ ਆ ਰਹੀ ਹੈ ਜੋ ਪਾਰਟੀ ਦਾ ਐਕਟ ਹੈ, ਜੋ ਸਰਕਾਰ ਦਾ ਅਰਜੀ ਕੰਪਲੀਟ ਕਰ ਲਓ। ਚੰਦੂ ਮਾਜਰਾ ਸਾਹਿਬ ਬੜੇ ਸੀਨੀਅਰ ਲੀਡਰ ਸਾਡੇ ਨਾਲ ਨੇ, ਉਹ ਵੀ ਸੁਣ ਰਹੇ ਹੋਣਗੇ, ਇੰਤਜ਼ਾਰ ਵੀ ਕਰ ਰਹੇ ਹੋਣਗੇ ਉਹਨਾਂ ਦਾ ਰਿਐਕਸ਼ਨ ਲੈਣਾ। ਅਰਜੀ ਕੰਪਲੀਟ ਕਰ ਲਓ ਤੁਸੀਂ, ਥੋੜੇ ਘੱਟ ਸ਼ਬਦਾਂ ਦੇ ਵਿੱਚ, ਪਤਾ ਕਿ ਜਵਾਬ ਲੈ ਸਕੀਏ। ਵਕੀਲ ਸਾਹਿਬ ਵੀ ਇੰਤਜ਼ਾਰ ਕਰ ਰਹੇ ਨੇ। ਅਰਜੀ ਮੈਂ ਬਰੀਫ ਰੱਖੂੰਗਾ, ਤੋਂ ਇੰਟਰਪਟ ਕਰ ਰਹੇ ਸੀਗੇ। ਤੇ ਦੇਖੋ, ਪਹਿਲੀ ਗੱਲ ਸੈਕਸ਼ਨ 39 ਉਹਦਾ ਕਲੀਅਰ ਕੱਟ ਰੈਫਰੈਂਸ ਕਿ mayor may be removed from the office by a resolution of corporation passed by a majority of the corporation। majority ਸ਼ਬਦ ਹੈ, ਨਾਲੇ ਲਿਖਿਆ ਹੋਇਆ and by majority of not less than 2/3। ਇੱਥੇ and ਸ਼ਬਦ ਹੈ, ਨਾਲੇ majority ਕਰ ਸਕਦੀ ਹੈ, ਨਾਲੇ majority which is not less than 2/3 ਵੀ ਕਰ ਸਕਦੀ ਹੈ। ਇਹ ਟੈਕਨੀਕਲ ਪੁਆਇੰਟ ਹੈ। ਇਹ ਆਪਣਾ ਜਿਹੜੀ ਲੈਜਿਸਲੇਟਿਵ ਮੈਂ ਤੁਹਾਨੂੰ ਟਰਮ ਦੱਸ ਰਿਹਾ ਹੈ, ਸੌਰੀ ਜਿਹੜੀ ਲਾਫੁਲ ਟਰਮ ਦੱਸ ਰਿਹਾ ਹੈ, ਇਹਦੇ ਅਕੋਰਡਿੰਗ ਅਬਾਈਡਿੰਗ ਬਾਈ ਇਟ ਮੇਅਰ ਸਾਹਿਬ ਕੋਲੇ ਸਟੈਂਡਿੰਗ ਨਹੀਂ ਹੈਗੀ। ਉਹਨਾਂ ਨੂੰ ਜਿਨ੍ਹਾਂ ਨੇ ਵੋਟ ਦਿੱਤਾ ਉਹ ਹੈਗੇ ਆ 25 ਵੋਟਰਸ, ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਵੋਟ ਕੀਤਾ ਉਹ ਹੈਗੇ 36 ਵੋਟਰਸ। ਮੈਜੋਰਿਟੀ ਕਲੀਅਰ ਹੈ, ਪਿਕਚਰ ਕਲੀਅਰ ਹੈ। ਨਹੀਂ ਦੇਖੋ ਅਰਜੀ, ਇੱਕ ਸੈਕਿੰਡ ਸਰ, ਵਕੀਲ ਸਾਹਿਬ ਆਪਣੇ ਨਾਲ ਬੈਠੇ ਨੇ, ਉਹ ਕਹਿ ਰਹੇ ਕਿ ਨੋ ਕੌਨਫੀਡੈਂਸ ਮੋਸ਼ਨ ਦੇ ਵਿੱਚ ਜ਼ਰੂਰੀ ਹੈ ਕਿ 2/3 ਬਹੁਮਤ ਹੋਵੇ, 2/3 ਮੈਜੋਰਟੀ ਹੋਵੇ। ਰਮਨੀਤ ਜੋਸ਼ੀ ਨੇ ਬੜੇ ਸੀਨੀਅਰ ਵਕੀਲ ਨੇ, ਉਹਨਾਂ ਨੇ ਜ਼ਿਕਰ ਕੀਤਾ ਇਸ ਦਾ। ਉਹਦੇ ਵਿੱਚ ਦੇਖੋ, ਮੈਂ ਤੁਹਾਨੂੰ ਦੱਸ ਰਿਹਾ, ਦੋ ਐਸਪੈਕਟ ਹੈ। ਉਹ ਮੈਂ ਪ੍ਰੋਵੀਜ਼ਨ ਹੀ ਜਿਹੜੀ ਸੈਕਸ਼ਨ 39 ਜੋਸ਼ੀ ਸਾਹਿਬ ਨੇ ਜਿਹੜੀ ਕੋਟ ਕੀਤੀ ਹੈ, ਸੈਕਸ਼ਨ 39, ਮੈਂ ਉਹਦੇ ਤੁਹਾਨੂੰ ਰੈਫਰੈਂਸ ਦੱਸਿਆ। ਉਹ ਕਹਿੰਦਾ ਸੈਕਸ਼ਨ ਕਿ ਅ ਮੇਅਰ ਮੇ ਬੀ ਰਿਮੂਵਡ ਬਾਈ ਅ ਰੈਜ਼ੋਲੂਸ਼ਨ ਜਿਹਦੇ ਵਿੱਚ ਮੈਜੋਰਿਟੀ ਉਹਨਾਂ ਖਿਲਾਫ ਹੋਵੇ, ਨਾਲੇ ਜਿਹੜੀ ਮੈਜੋਰਿਟੀ 2/3 ਤੋਂ ਵੱਧ ਹੋਵੇ ਉਹ ਵੀ ਕਰ ਸਕਦੀ ਹੈ, ਦੋਨੋਂ ਕਰ ਸਕਦੇ ਆ। ਦੇਅਰਫੋਰ ਮੇਅਰ ਸਾਹਿਬ ਦਾ ਰਿਪਲੇਸ ਹੋਣਾ ਜਸਟੀਫਾਈਡ ਹੈ। ਇਹਦੇ ਵਿੱਚ ਕੁਝ ਤੁਸੀਂ ਮੈਂ ਡੈਮੋਕ੍ਰੈਟਿਕ ਤਰੀਕੇ ਨਾਲ ਸੋਚਾਂ, ਮੈਂ ਤੁਹਾਡੇ ਦੇ ਨਾਲ ਕਾਨੂੰਨ ਦਾ ਮਾਹਰ ਨਹੀਂ, ਪਰ ਮੈਜੋਰਟੀ ਹੋਣਾ 2/3 ਪਲੱਸ ਮੈਜੋਰਟੀ ਹੋਣਾ, ਦੋਨਾਂ 'ਚ ਫਰਕ ਕੀ ਹੈ? ਮੈਂ ਇੱਕ ਗੱਲ ਕਰਨੀ ਚਾਹਨਾ ਵਕੀਲ ਸਾਹਿਬ, ਥੋੜੀ ਜੀ ਆਪਣੀ ਗੱਲ ਦੇ ਉੱਤੇ ਗੌਰ ਕਰੋ। ਇੱਕ ਸੈਕਿੰਡ ਹੋਲਡ ਰੱਖੋ, ਜਿਹੜਾ ਪ੍ਰੋਸੀਜਰ ਹੈ ਉਹ ਨਵਾਂ ਮੇਅਰ ਨਹੀਂ ਚੁਣ ਰਹੇ ਸੀਗੇ ਤੁਸੀਂ ਜਿਹੜੀ ਰਿਮੂਵਲ ਸੀਗੀ ਮੇਅਰ ਦੀ, ਮੈਨੇ 1/3 ਦੇਣੀ ਹੈ। ਤੇ ਦੂਜੇ ਨੰਬਰ ਤੇ ਕੋਈ ਗੱਲ ਨਹੀਂ, ਇਹ ਕੱਲ ਨੂੰ ਜਿਹੜੀ ਕੋਰਟ ਵੀ, ਇੱਕ ਹੋਰ ਸੁਣੋ ਗੱਲ, ਕੋਰਟ ਦੀ ਮੋਹਰ ਵੀ ਲੱਗੂਗੀ। ਜਿਹੜੇ ਤੁਹਾਡੇ ਅਫਸਰਾਂ ਨੇ ਉੱਥੇ ਜਿਹੜੀ ਅਪਹਰਨ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਬਾਰੇ ਕੀ ਕਹਿੰਦੇ ਹੋ ਜੀ ਤੁਸੀਂ? ਵੀਡੀਓ ਦੇਖ ਲਓ ਪਹਿਲਾਂ, ਗੱਲ ਕਰਨ ਤੋਂ ਪਹਿਲਾਂ। ਜੇ ਟੀਵੀ ਦੇ ਅੱਗੇ ਬੈਠਣ ਦੇ ਵਿੱਚ ਕੀ ਕਰ ਗਿਆ? ਠੀਕ ਮੈਂ ਗੱਲ ਕਰਨ ਦੇ ਵਿੱਚ ਦਿਲ ਕਰ ਗਿਆ। ਜੇ ਦੂਜੇ ਪਾਸੇ ਚਲੇਗੀ ਤਾਂ ਪਤਾ ਫੇਰ ਨਹੀਂ ਲੱਗਣਾ ਕੀ ਹੋਇਆ। ਮਿੰਦਰਾ ਜੀ ਨੇ ਮੈਂ ਇੱਕ ਰਮਨੀਤ ਜੀ ਦਾ ਛੋਟਾ ਜਿਹਾ ਰਿਐਕਸ਼ਨ ਲੈਣਾ, ਮੈਂ ਚੰਦੂ ਮਾਜਰਾ ਸਾਹਿਬ ਦਾ ਵਿਰੋਧ ਕਰਨਾ। ਇੰਨੀ ਕੋਈ ਸੜਕ ਤੇ ਨਹੀਂ ਕਰਦਾ ਜਿਹੜੀ ਤੁਸੀਂ ਅੱਜ ਕਾਰਪੋਰੇਸ਼ਨ ਦੇ ਹਾਊਸ 'ਚ ਕੀਤੀ ਹੈ। ਔਰ ਮੈਂ ਦੱਸ ਕੇ ਕਹਿੰਦਾ, ਹਿੰਦੁਸਤਾਨ ਦੇ ਵਿੱਚ ਇਹ ਜੀ ਪਹਿਲੀ ਹਰਕਤ ਹੈ ਕਿ ਤੁਸੀਂ ਕਾਰਪੋਰੇਸ਼ਨ ਦੇ ਵਿੱਚੋਂ ਬੰਦਿਆਂ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਇਹਨੂੰ ਜਾ ਕੇ ਜਿਹੜੀ ਗੱਲਾਂ ਤੁਸੀਂ ਅੱਜ ਕਰ ਰਹੇ ਹੋ, ਇਹਦਾ ਇੱਕ ਚੀਜ਼ ਦਾ ਜਵਾਬ ਤੁਹਾਨੂੰ ਦੇਣਾ ਪਏਗਾ। ਗੁੰਡਾਗਰਦੀ ਦੇ ਸਿੱਧੇ ਇਲਜ਼ਾਮ ਜੋ ਤੁਹਾਡਾ ਮੂੰਹ ਕਾਲਾ ਪਾਰਟੀ ਦਾ ਸਰਕਾਰ ਦਾ ਕੀਤਾ, ਜਵਾਬ ਲੈ ਲਓ ਸਰ। ਇਹਦਾ ਜਵਾਬ ਠੀਕ ਹੈ, ਜਵਾਬ ਲੈ ਲਓ। ਅਰਜੀ ਜੀ ਜਵਾਬ ਇਹਦਾ ਮੈਂ ਜਵਾਬ ਦੇ ਰਿਹਾ ਹਾਂ ਜੀ। ਦੇਖੋ, ਪਹਿਲੀ ਗੱਲ ਤਾਂ ਜਿਹੜੇ ਐਲੀਗੇਸ਼ਨ ਹੈ ਉਹ ਗਲਤ ਹੈ, ਬੇਸਲੈਸ ਹੈ। ਉਹਦਾ ਕਾਰਨ ਯਾਰ ਹੁਣ ਤੁਹਾਡੇ ਗਲਤ ਇਹ ਐਲੀਗੇਸ਼ਨ ਡਿਫੇਮਿੰਗ ਹੈ। ਉਹ ਇਹਨਾਂ ਨੂੰ 4 ਕਿਤਾਬਾਂ ਲਿਆ ਕੇ ਦਿਓ ਜੀ, ਠੀਕ ਜਿਹੜੀਆਂ ਪੜ੍ਹਨ, ਇਹਨਾਂ ਨੂੰ ਕੁਝ ਪਤਾ ਲੱਗ ਜਾਏ ਕਾਨੂੰਨ ਕਚਹਿਰੀ ਦਾ। ਇਹ ਕਿਸੇ ਨੂੰ ਗਿਲਟੀ ਨਹੀਂ ਗੱਲ ਦੱਸੋ, ਨਹੀਂ ਕਹਿ ਸਕਦੇ, ਨਹੀਂ ਕਰਾ ਕਰ ਸਕਦੇ। ਪ੍ਰੂਵਨ ਇਨ ਦ ਕੋਰਟ
ਦੂਜੀ ਗੱਲ ਕੋਈ ਗੱਲ ਨਹੀਂ, ਮੈਂ ਦੱਸਾਂਗਾ ਤੁਹਾਨੂੰ ਇਹ ਵਾਲਾ ਸਾਰਾ ਵਾਇਲੇਸ਼ਨ ਹੋਈ ਹੈ। ਪਹਿਲੀ ਗੱਲ ਤਾਂ ਮੈਂ ਤਾਂ ਸਭ ਤੋਂ ਪਹਿਲਾਂ ਜਿਹੜੇ ਮੇਰੇ ਦੂਜੀ ਗੱਲ ਇੱਕ ਅਬਰੋਡ ਤੋਂ ਆਇਆ ਹੋਇਆ ਕਾਉਂਸਲਰ ਇੱਥੇ ਭਾਈ ਸਾਹਿਬ ਅਬਰੋਡ ਤੋਂ ਆਇਆ ਪਿਆ ਸਪੋਜ਼ਡ ਟੂ ਬੀ ਕੁਆਰੰਟਾਈਨਡ। ਅੱਛਾ ਜੀ, ਉਹ ਜਿਹੜੇ ਕਾਉਂਸਲਰ ਨੂੰ ਅਪਾਹਨ ਕਰ ਰਹੇ ਸੀ ਉਹ ਕੀ ਸੀਗਾ? ਉਹ ਜਿਹੜੇ ਕਾਉਂਸਲਰਾਂ ਨੂੰ ਅਪਾਹਨ ਕਰ ਰਹੇ ਸੀਗੇ ਉਹ ਵੀਡੀਓ ਦੇਖ ਲਓ। ਜਿਹੜੇ ਕਾਉਂਸਲਰ ਨੂੰ ਅਪਾਹਨ ਕਰ ਰਹੇ ਵੀਡੀਓ ਦੇਖੋ, ਵੀਡੀਓ ਵੋਟ ਨਹੀਂ ਕਰ ਸਕਦਾ। ਹੀ ਵਾਸ ਸਪੋਜ਼ਡ ਟੂ ਬੀ ਕੁਆਰੰਟਾਈਨਿੰਗ। ਤੀਜਾ ਜਿਹੜੀ ਹਰਕਤ ਕੀਤੀ ਹੈ ਸਾਰੀ ਉਮਰ ਟੀਵੀ ਦੇ ਅੱਗੇ ਬੈਠ ਕੇ ਗੱਲ ਨਹੀਂ ਕਰੋਗੇ। ਜੋ ਅੱਜ ਪਾਰਟੀ ਨੇ ਹਰਕਤ ਕਰਤੀ, ਸਰਕਾਰ ਨੇ ਕਰਤੀ, ਇਹਦਾ ਭੁਗਤਾਨ ਕਰਨਾ ਪੈਣਾ। ਮੇਅਰ ਸਾਹਿਬ ਕੋਲੇ ਤੁਸੀਂ ਸਰਕਾਰ ਦੇ ਵਿੱਚ ਬੈਠ ਕੇ ਪਹਿਲਾਂ ਬੰਦੇ ਹੋ ਜਿਹੜੇ ਦੋਵੇਂ ਮਹਿਮਾਨਾਂ ਨੂੰ ਰਿਕੁਐਸਟ ਕਰਨਾ, ਇੱਕ ਸੈਕਿੰਡ ਰੁਕੋ ਸਰ। ਨਹੀਂ ਐਵੇਂ ਸਮਝ ਨਹੀਂ ਆਉਂਦਾ, ਚਰਚਾ ਦਾ ਕੋਈ ਨਹੀਂ ਪਲੀਜ਼ ਸੰਜੀਵ ਬਿੱਟੂ ਜੀ, ਅਰਸ਼ ਜੀ ਥੋੜਾ ਜਿਹਾ ਹੋਲਡ ਕਰੋ, ਗੱਲ ਲੋਕਾਂ ਦੇ ਸਮਝ ਆਵੇ। ਮੇਰੀ ਹਮੇਸ਼ਾ ਤੋਂ ਕੋਸ਼ਿਸ਼ ਹੁੰਦੀ ਹੈ ਪ੍ਰਾਈਮ ਟਾਈਮ ਦੇ ਦਰਸ਼ਕ ਬਹੁਤ ਸਾਰੇ ਇਸ ਕਰਕੇ ਹੀ ਜੁੜਦੇ ਨੇ ਕਿ ਜਿਨ੍ਹਾਂ ਨੂੰ ਗੱਲ ਸਮਝ ਆਉਂਦੀ ਹੈ ਉਹ ਕਹਿੰਦੇ ਕਿ ਪ੍ਰੋਗਰਾਮ 'ਚ ਗੱਲ ਸਮਝ ਆ ਰਹੀ ਹੈ ਸਭ ਦੀ ਗੱਲ। ਤੁਸੀਂ ਆਪਣੀ ਗੱਲ ਰੱਖੀਏ ਸਰ, ਹੋਲਡ ਕਰੋ ਥੋੜਾ ਜਿਹਾ ਹੋਲਡ ਕਰੋ। ਪਹਿਲਾਂ ਮੈਂ ਇੱਕ ਗੱਲ ਦੱਸਾਂ ਜੀ, ਮੈਂ ਸ਼ੋਟ ਦੇ ਵਿੱਚ ਆਪਣੀ ਗੱਲ ਕਰਨੀ ਚਾਹੁੰਦਾ। ਜਿਹੜੀ ਵਕਾਲਤ ਹੈ ਉਹ ਇੱਕ ਅਲੱਗ ਇਸ਼ੂ ਹੈ, ਜਿਹੜਾ ਸਾਡੇ ਸਰਕਾਰ ਦੇ ਕੰਮ ਕਰਨ ਦਾ ਤਰੀਕਾ ਹੈ ਉਹ ਅਲੱਗ ਹੈ। ਮੇਅਰ ਦੀ ਰਿਮੂਵਲ ਹੋਣ ਤੋਂ ਬਾਅਦ ਵਾਕਈ 31 ਚਾਹੀਦੇ ਆ, ਜਦੋਂ ਮੇਅਰ ਬੈਠਾ ਕੁਰਸੀ ਤੇ ਤਾਂ 1/3 ਚਾਹੀਦੇ ਆ, 2/3 ਉਹਨਾਂ ਨੂੰ ਚਾਹੀਦੇ ਆ। ਉਹ ਮੈਨੇ ਪੂਰਾ ਕਰਤਾ। ਉਹਨੇ ਵਕੀਲ ਸਾਹਿਬ ਦੇ ਕੋਲ ਇਹਨਾਂ ਦਾ ਤਾਂ ਵਕੀਲਾਂ ਦਾ ਤਾਂ ਕਲੇਸ਼ ਜਿਹੜਾ ਹੈਗਾ ਨਿਚਲੀ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ 50 ਸਾਲ 'ਚ ਨਹੀਂ ਖਤਮ ਹੁੰਦਾ। ਨਹੀਂ ਉਹ ਤੁਹਾਡੀ ਗੱਲ ਠੀਕ ਹੈ ਸਰ, ਉਹ ਚਾਹੇ ਕੋਈ ਮੇਅਰ ਹੋਵੇ, ਮੁੱਖ ਮੰਤਰੀ ਹੋਵੇ ਜਾਂ ਪ੍ਰਧਾਨ ਮੰਤਰੀ ਦੇ ਵਿੱਚ ਲੋਕਾਂ ਦੇ ਹਰ ਕੋਈ ਰਹੇਗਾ ਤਾਂ ਸੰਵਿਧਾਨ ਦੇ ਮੁਤਾਬਿਕ, ਕਾਨੂੰਨ ਦੀ ਕਿਤਾਬ ਦੇ ਮੁਤਾਬਿਕ ਹੀ ਬਣਦਾ ਨਾ ਮੇਅਰ ਵੀ। ਮੈਂ ਤਾਂ ਥੋੜਾ ਇੰਤਜ਼ਾਰ ਕਰੋ ਸਰ, ਆਪਾਂ ਆਪਣੇ ਨਾਲ ਬਹੁਤ ਸੀਨੀਅਰ ਵਕੀਲ ਹੈਗੇ ਨੇ, ਆਪਣੇ ਨਾਲ ਬਹੁਤ ਸੀਨੀਅਰ ਵਕੀਲ ਹੈਗੇ ਨੇ, ਗੱਲ ਕਰ ਲਓ ਜੀ। ਮੈਂ ਤਾਂ ਮਾਫੀ ਮੰਗਾਂਗਾ। ਠੀਕ ਹੈ ਸਰ, ਹੋਲਡ ਕਰੋ। ਤਾਂ ਨਿਊਟਰਲ ਹੈ ਨਾ ਕਾਂਗਰਸ ਦੇ, ਨਾ ਉਹ ਤੁਹਾਡੇ ਵਾਲੇ ਧੜੇ ਦੇ, ਨਾ ਅਕਾਲੀ ਦਲ ਦੇ, ਨਾ ਕਾਂਗਰਸ ਦੇ, ਨਾ ਬੀਜੇਪੀ ਦੇ। ਥੋੜਾ ਜਿਹਾ ਹੋਲਡ ਕਰੋ ਸਰ। ਮੇਰੀ ਬੇਨਤੀ ਇੱਕ ਹੈ, ਹਾਂ ਬਿਲਕੁਲ ਨਾਲ ਹੈਗੇ ਨੇ ਨਾ ਸਰ, ਸੁਣੋ ਕੀ ਕਹਿ ਰਹੇ ਨੇ। ਪਰ ਸਭ ਤੋਂ ਵੱਡੀ ਗੱਲ ਤੁਹਾਡੇ ਵਾਸਤੇ, ਤੁਹਾਡੇ ਚੈਨਲ ਦੇ ਥਰੂ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਕਰਨਾ ਚਾਹੁੰਦਾ ਕਿ ਤੁਸੀਂ ਪੰਜਾਬ ਦੇ ਵਿੱਚ ਪਟਿਆਲਾ ਕਾਰਪੋਰੇਸ਼ਨ ਦੇ ਵਰਗੀ ਹਰਕਤ ਦੇਖੀ ਹੋਵੇ। ਲੋਕਲ ਬੋਡੀਜ਼ ਦਾ ਮਿਨਿਸਟਰ ਜਿਵੇਂ ਬਰਾਤ ਲੈ ਕੇ ਜਾਂਦੇ ਆ ਉਵੇਂ ਜਾ ਕੇ ਆਪਣੇ ਮੇਅਰ ਆਪਣਾ। ਠੀਕ ਹੈ ਸਰ, ਥੋੜਾ ਜਿਹਾ ਹੋਲਡ ਕਰੋ ਨਾ ਪਲੀਜ਼। ਮੈਂ ਤੁਹਾਡੀ ਗੱਲ ਸਮਝ ਰਿਹਾ। ਦੇਖੋ ਗੱਲ ਉਹੀ ਹੁੰਦੀ ਹੈ ਨਾ ਕਿ ਇੱਕ ਪਾਸਾ ਨਹੀਂ ਹੋਣਾ ਚਾਹੀਦਾ। ਜੇ ਚਰਚਾ ਹੋ ਰਹੀ ਹੈ ਤਾਂ ਦੋਵੇਂ ਪਾਸੇ ਦੀ ਗੱਲ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਥੋੜਾ ਜਿਹਾ ਇੰਤਜ਼ਾਰ। ਮੇਅਰ ਸਾਹਿਬ ਮੈਂ ਤੁਹਾਨੂੰ ਮੇਅਰ ਹੀ ਕਹਿ ਰਿਹਾ, ਫਿਲਹਾਲ ਥੋੜਾ ਜਿਹਾ ਇੰਤਜ਼ਾਰ ਕਰੋ। ਤੁਸੀਂ ਮੰਤਰੀ ਨੂੰ ਬੁਲਾ ਕੇ ਪੁੱਛੋ, ਮੰਤਰੀ ਸਾਹਿਬ ਰਵਨੀਤ ਜੀ ਕੀ ਕਰਨ ਗਏ ਸੀਗੇ ਅੰਦਰ? ਜਿਹੜਾ ਸੀਨੀਅਰ ਡਿਪਟੀ ਮੇਅਰ ਨੂੰ ਮੇਅਰ ਦੀ ਕੁਰਸੀ ਤੇ ਰਵਨੀਤ ਜੀ ਇੱਕ ਸੈਕਿੰਡ ਸਰ, ਉਹਦੇ ਨਾਲ ਗੱਲ ਕਰੋ। ਮੰਤਰੀ ਨੂੰ ਪੁੱਛੋ ਬੁਲਾ ਕੇ, ਮੰਤਰੀ ਨੂੰ ਲਾਈਨ ਤੇ ਲਓ, ਮੰਤਰੀ ਨੂੰ ਲਾਈਨ ਤੇ ਗੱਲ ਕਰੋ। ਇੱਕ ਸੈਕਿੰਡ ਮੈਂ ਕੋਸ਼ਿਸ਼ ਕਰ ਲੈਣਾ ਕਿ ਬ੍ਰਹਮ ਮਹਿੰਦਰਾ ਜੀ ਨੂੰ ਅਸੀਂ ਫੋਨ ਲਾਈਨ ਦੇ ਉੱਤੇ ਲੈ ਸਕੀਏ। ਲਓ ਤੁਸੀਂ, ਠੀਕ ਹੈ, ਮੈਂ ਆਪਣੀ ਟੀਮ ਨੂੰ ਕਹੂੰਗਾ ਕਿ ਬ੍ਰਹਮ ਮਹਿੰਦਰਾ ਜੀ ਨੂੰ ਫੋਨ ਤੇ ਟਰਾਈ ਕਰੋ ਕਿ ਜੇ ਉਹ ਫੋਨ ਦੇ ਉੱਤੇ ਆ ਸਕਣ, ਜੁੜ ਸਕਣ ਸਾਡੇ ਨਾਲ। ਰਵਨੀਤ ਜੋਸ਼ੀ ਜੀ ਤੁਸੀਂ ਸਮਝਾ ਦਿਓ ਜੇਕਰ ਤੁਹਾਨੂੰ ਪੂਰਾ ਮਾਮਲਾ ਸਮਝ ਆ ਰਿਹਾ ਹੋਵੇ। ਇੱਕ ਸੈਕਿੰਡ ਅਰਸ਼ੀ, ਇੱਕ ਸੈਕਿੰਡ ਪਲੀਜ਼। ਆਪਾਂ ਬਹੁਤ ਗੱਲ ਕੀਤੀ ਹੈ, ਮੈਂ ਇੱਕ ਵਾਰੀ ਨਿਊਟਰਲ ਗੱਲ ਵੀ ਹੋਣੀ ਚਾਹੀਦੀ ਹੈ ਕਿ ਵਕੀਲ ਕੀ ਸੋਚ ਰਹੇ ਨੇ। ਰਵਨੀਤ ਜੋਸ਼ੀ ਜੋ ਅਰਸ਼ੀ ਜੀ ਨੇ ਗੱਲ ਕਹੀ ਹੈ ਵੀ ਜੋ ਪ੍ਰੋਵੀਜ਼ਨ ਹੈ ਸੈਕਸ਼ਨ 39, ਉਹ ਕਹਿੰਦਾ ਵੀ ਇੱਕ ਤਰਫ ਮੈਜੋਰਿਟੀ ਚਾਹੀਦੀ ਹੈ ਐਂਡ not less than 2/3 majority। ਇਹ ਉਹਦੀ ਕੰਟੀਨਿਊਏਸ਼ਨ ਹੈ। ਪਰ ਜਿਸ ਰੂਪ ਚ ਅਰਸ਼ੀ ਜੀ ਗੱਲ ਕਰ ਰਹੇ ਨੇ ਉਹ ਇਹ ਐਂਟੀਸਪੇਟ ਕਰ ਰਹੇ ਨੇ ਵੀ ਜੇ ਕੋਈ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਰਿਟ ਪਾਈ ਜਾਂਦੀ ਹੈ ਤਾਂ ਨੋ ਡਾਊਟ ਉਹਨਾਂ ਦਾ ਇਹ ਕਹਿਣਾ ਇਟ ਇਜ਼ ਅ ਡਿਬੇਟੇਬਲ ਥਿੰਗ। ਇਹਦੇ ਉੱਤੇ ਬਿਲਕੁਲ ਬਹਿਸ ਹੋ ਸਕਦੀ ਹੈ। ਲਾਅ ਦੇ ਵਿੱਚ ਕੋਈ ਵੀ ਲਾਅ ਆਪਦੇ ਆਪ ਦੇ ਵਿੱਚ ਪਰਪੱਖ ਨਹੀਂ ਹੁੰਦਾ। ਇਹਦੇ ਵਿੱਚ ਪ੍ਰੋਵੀਜ਼ਨ ਜਿਹੜੀ ਐਂਬੀਗੁਇਟੀਜ਼ ਹੁੰਦੀਆਂ ਨੇ ਉਹਨਾਂ ਨੂੰ ਕਲੈਰੀਫਾਈ ਕਰਨ ਲਈ ਕੋਰਟਸ ਦਾ ਪ੍ਰਾਵਧਾਨ ਹੈ। ਉਹ ਇਸ ਚੀਜ਼ ਨੂੰ ਜੋ ਹਾਈਲਾਈਟ ਕਰ ਰਹੇ ਨੇ, ਅਰਸ਼ੀ ਜੀ ਦੀ ਵੀ ਗੱਲ ਠੀਕ ਹੈ ਬਿਲਕੁਲ। ਜੇ ਐਂਡ ਨੂੰ ਤੇ ਨਾਟ ਲੈਸ ਦੈਨ ਨੂੰ, ਇਹ ਦੋ ਟਰਮਸ ਨੂੰ ਜੋ ਹੈ ਇਟ ਇਜ਼ ਓਪਨ ਟੂ ਬੀ ਇੰਟਰਪ੍ਰੀਟਡ, ਉਹ ਕੋਰਟ ਦੇ ਹੱਥਾਂ 'ਚ ਹੋਊਗਾ ਵੀ ਉਹਨੂੰ ਕਿਸ ਦੋਨਾਂ ਧਿਰਾਂ ਦੇ ਕਿਹਦੇ ਫੇਵਰ ਦੇ ਵਿੱਚ ਉਹਨੂੰ ਇੰਟਰਪ੍ਰੀਟ ਕਰਦੇ ਨੇ। ਮਤਲਬ ਤੁਹਾਨੂੰ ਲੱਗਦਾ ਕਿ ਇਹ ਮਾਮਲਾ ਹੁਣ ਸੌਟ ਆਊਟ ਅਦਾਲਤ 'ਚ ਜਾ ਕੇ ਹੋਏਗਾ ਕਿ ਹਾਈ ਕੋਰਟ ਜਾਏਗਾ ਉਸ ਤੋਂ ਬਾਅਦ ਹੀ ਸੌਟ ਆਊਟ ਹੋਏਗਾ? ਗੌਰਵ ਜੀ ਬਿਲਕੁਲ ਇਹ ਓਪਨ ਹੋਊਗਾ ਕੋਰਟਲੀ ਇੰਟਰਪ੍ਰੀਟ ਕਰਨਾ। ਡਿਬੇਟੇਬਲ ਇਹ ਚੀਜ਼ ਵੀ ਕਿੰਨੀ ਮੈਜੋਰਿਟੀ ਸੀ, ਕਿੰਨੇ ਸੀਗੇ ਕੈਂਡੀਡੇਟ ਜਿਹੜੇ ਇਨਫਲੂਐਂਸ ਚ ਸੀਗੇ, ਕਿਹੜੇ ਕਿਵੇਂ ਸੀ, ਇਹ ਦੋਨੇ ਤਰ੍ਹਾਂ ਆਪਦਾ ਪਕਸ਼ ਰੱਖਣਗੀਆਂ। ਦੂਜੀ ਜਿਹੜਾ ਤੁਹਾਡਾ ਸਵਾਲ ਸੀਗਾ ਨੋ ਕੌਨਫੀਡੈਂਸ ਦੇ ਰਿਗਾਰਡਿੰਗ, ਇਹ ਨੋ ਕੌਨਫੀਡੈਂਸ ਮੋਸ਼ਨ, ਇਹ ਜੇ ਇਹਨੂੰ ਸਮਝਣਾ ਹੈ ਆਮ ਭਾਸ਼ਾ ਦੇ ਵਿੱਚ ਜਾਂ ਆਮ ਵਿਅਕਤੀ ਦੇ ਰੂਪ ਦੇ ਵਿੱਚ ਜੇ ਸਮਝਣਾ ਹੈ ਤਾਂ ਇਹ ਦੇਖਣਾ ਪਊਗਾ ਇਹ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਕੌਣ ਆਇਆ। ਜੇ ਇੱਕ ਸਰਟਨ ਗਰੁੱਪ ਆਫ ਕਾਉਂਸਲਰਸ ਇਕੱਠੇ ਹੋ ਕੇ ਇਹ ਕਹਿੰਦੇ ਨੇ ਵੀ ਸਾਨੂੰ ਕੌਨਫੀਡੈਂਸ ਨਹੀਂ ਹੈ ਮੌਜੂਦਾ ਮੇਅਰ ਦੇ ਵਿੱਚ, ਤਾਂ ਅਸੀਂ ਇੱਕ ਮੋਸ਼ਨ ਮੂਵ ਕਰਦੇ ਹਾਂ ਤਾਂ ਕਿ ਇੱਕ ਐਪਰੋਪਰੀਏਟ ਡਿਸੀਜਨ ਜਿਹੜਾ ਹੈ ਗਵਰਨਮੈਂਟ ਅਥਾਰਟੀ ਉਹਦੇ ਉੱਤੇ ਲੈ ਸਕੇ ਤੇ ਰਿਮੂਵਲ ਦੀ ਪ੍ਰਕਿਰਿਆ ਸ਼ੁਰੂ ਹੋ ਸਕੇ। ਠੀਕ ਹੈ, ਤਾਂ ਇਹਦੇ ਵਿੱਚ ਐਸਟੈਬਲਿਸ਼ ਕਰਨ ਦਾ ਜਿਹੜਾ ਬਰਡਨ ਸੀਗਾ ਉਹ ਉਹਨਾਂ ਕਾਉਂਸਲਰਸ ਦੇ ਉੱਤੇ ਸੀ ਜਿਹੜੇ ਉਹ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆਏ।
ਤੇ ਉਹਨਾਂ ਨੇ ਸੈਕਸ਼ਨ 30 ਦੇ ਅਕੋਰਡਿੰਗਲੀ ਜਿਹੜਾ ਆਪਦਾ ਐਸਟੈਬਲਿਸ਼ ਕਰਨਾ ਹੀ ਸੀ। ਠੀਕ ਹੈ। ਹੁਣ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਨੋ ਕੌਨਫੀਡੈਂਸ ਲਈ ਦੋ ਚੀਜ਼ਾਂ ਦੀ ਮੇਨ ਰਿਕੁਆਇਰਮੈਂਟ ਹੁੰਦੀ ਹੈ ਜਦੋਂ ਨੋ ਕੌਨਫੀਡੈਂਸ ਹੁੰਦਾ, ਵੀ ਜਿਆਦਾ ਮੇਅਰ ਨੇ ਕੋਈ ਐਸਾ ਐਕਟ ਕੀਤਾ ਹੋਵੇ ਜਿਹੜਾ ਡੈਰੋਗੇਟਰੀ ਹੈ, ਕੋਈ ਐਸੇ ਆਰਡਰਸ ਪਾਸ ਕੀਤੇ ਹੋਣ ਜਿਹੜਾ ਡੈਰੋਗੇਟਰੀ ਇਨ ਦਾ ਸਪਿਰਿਟ ਆਫ ਪਬਲਿਕ ਵਰਕ ਹੈ। ਦੂਜਾ, ਉਹਨੇ ਕੋਈ ਐਸਾ ਕੰਮ ਠੀਕ ਹੈ ਰਵਨੀਤ ਜੀ, ਮੈਂ ਤੁਹਾਨੂੰ ਵਿਚਾਲੇ ਰੋਕ ਰਿਹਾ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਜੀ ਜੁੜੇ ਨੇ। ਬ੍ਰਹਮ ਮਹਿੰਦਰਾ ਜੀ, ਬਹੁਤ-ਬਹੁਤ ਸਵਾਗਤ ਹੈ। ਸੰਜੀਵ ਬਿੱਟੂ ਜੀ ਸਾਡੇ ਨਾਲ ਬੈਠੇ ਹੋਏ ਨੇ ਤੇ ਉਹ ਇਲਜ਼ਾਮ ਲਗਾ ਰਹੇ ਨੇ ਕਿ ਲੋਕਤੰਤਰ ਦਾ ਘਾਣ ਹੋਇਆ, ਤੇ ਦੂਜੀ ਗੱਲ ਕਿ ਮੈਂ 1/3 ਮੈਨੂੰ ਜ਼ਰੂਰੀ ਸੀ ਆਪਣੀ ਕੁਰਸੀ ਬਚਾਉਣ ਦੇ ਲਈ, ਯਾਨੀ ਕਿ 20-21 ਵੋਟਾਂ, ਤੇ ਮੈਂ 25 ਹਾਸਲ ਕਰ ਲਈਆਂ, ਇਸ ਕਰਕੇ ਮੈਨੂੰ ਕੋਈ ਹਟਾ ਨਹੀਂ ਸਕਦਾ। देखो ਇਹਦੇ ਚ ਬੜੀ ਕਲੀਅਰ ਹੈ ਕਿ ਐਕਟ ਸੇਜ਼ ਜਿਸਲੇ ਕੋਈ ਵਿਸ਼ਵਾਸ ਮਤ ਲੈਂਦਾ ਹੈ, ਵਿਸ਼ਵਾਸ ਮਤ ਲੈਂਦਾ ਤੇ ਇਟ ਇਜ਼ 50% of the house. So he didn't have that number. He had only 25, and including there were 24 votes, councillors, 25th is of Captain Amrinder Singh as MLA, and he lost the confidence vote. How can he blame us on this? ਜਿਹੜੀ ਮੰਤਰੀ ਸਾਹਿਬ ਨਹੀਂ, ਤੁਸੀਂ ਸਰ ਕਹਿ ਰਹੇ ਹੋ ਕਿ ਕੌਨਫੀਡੈਂਸ ਮੋਸ਼ਨ ਸੀ, ਨੋ ਕੌਨਫੀਡੈਂਸ ਮੋਸ਼ਨ ਨਹੀਂ ਸੀ ਜਿਹੜਾ ਅੱਜ ਤੁਹਾਡਾ ਵੀਡੀਓ ਲੋਕਾਂ ਨੇ ਬਿੱਟੂ ਜੀ ਥੋੜੇ ਵੇਟ ਕਰੋ ਸਰ, ਗੱਲ ਕਲੀਅਰ ਹੋ ਲੈਣ ਦਿਓ। ਤੁਹਾਨੂੰ ਸਮਝ ਮੈਨੂੰ ਆਪ ਹੀ ਕੁਰਸੀ ਤੇ ਬਿਠਾ ਰਹੇ ਹੋ, ਆਪਣੀ ਕਾਰਪੋਰੇਸ਼ਨ ਦੇ ਜਿਹਦੇ ਤੁਸੀਂ ਮੈਂਬਰ ਹੋ, ਉਸ ਕਾਰਪੋਰੇਸ਼ਨ ਦੇ ਤੁਸੀਂ ਮੈਂਬਰ ਹੋ, ਉਸ ਦੇ ਮੈਂਬਰਾਂ ਨੂੰ ਤੁਸੀਂ ਕਾਰਪੋਰੇਸ਼ਨ ਦੇ ਵਿੱਚੋਂ ਚਕਵਾ ਰਹੇ ਹੋ। ਬ੍ਰਹਮ ਮਹਿੰਦਰਾ ਜੀ, ਇਹ ਸੰਜੀਵ ਬਿੱਟੂ ਜੀ ਦੀ ਆਵਾਜ਼ ਹੈ। ਕਰੋੜਾਂ ਲੋਕਾਂ ਨੇ ਦੇਖੀ ਹੈ ਤੁਹਾਡੀ ਇੰਟਰਵਿਊ, ਤੁਹਾਡੀ ਵੀਡੀਓ, ਜਿਸ ਤਰੀਕੇ ਨਾਲ ਤੁਸੀਂ ਅੰਦਰ ਬੈਠੇ ਸੀਗੇ, ਜਿਵੇਂ ਤੁਸੀਂ ਸੀਨੀਅਰ ਡਿਪਟੀ ਮੇਅਰ ਨੂੰ ਜਾ ਕੇ ਕੁਰਸੀ ਤੇ ਬਿਠਾਇਆ, ਜਿਵੇਂ ਕਾਉਂਸਲਰ ਚੱਕਣ ਦੀ ਕੋਸ਼ਿਸ਼ ਕੀਤੀ। ਅੱਜ ਜੋ ਪਾਰਟੀ ਦਾ ਮੂੰਹ, ਸਰਕਾਰ ਦਾ ਮੂੰਹ ਬ੍ਰਹਮ ਮਹਿੰਦਰਾ ਜੀ ਤੁਹਾਡੇ ਦੁਆਰਾ ਕਾਲਾ ਕੀਤਾ ਗਿਆ। ਮੈਂ ਗੱਲ ਕਹਿ ਸਕਦਾ, ਦੇਖੋ ਹਿੰਦੁਸਤਾਨ ਦੇ ਲੋਕਤੰਤਰ ਦੇ ਵਿੱਚ ਇਹ ਜਿਹਾ ਕਦੇ ਵੀ ਕਈ ਐਜਾ ਉਦਾਹਰਨ ਨਹੀਂ। ਠੀਕ ਹੈ ਬਿੱਟੂ ਜੀ, ਥੋੜਾ ਜਿਹਾ ਹੋਲਡ ਕਰੋ ਨਾ, ਤੁਸੀਂ ਆਪਣੀ ਗੱਲ ਕਹੀ ਹੈ, ਕਹਿ ਲੈਣ ਦਿਓ। ਨਹੀਂ ਦੇਖੋ ਪਲੀਜ਼, ਐਵੇਂ ਚਰਚਾ ਨਹੀਂ ਹੁੰਦੀ। ਤੁਸੀਂ ਆਪਣੀ ਗੱਲ ਰੱਖੀ ਹੈ, ਬਹੁਤ ਸੀਨੀਅਰ ਨੇ ਬ੍ਰਹਮ ਮਹਿੰਦਰਾ ਜੀ, ਉਹਨਾਂ ਨੂੰ ਆਪਣੀ ਗੱਲ ਰੱਖ ਲੈਣ ਦਿਓ। ਤੁਸੀਂ ਕਿਹਾ ਕਿ ਫੋਨ ਲਾਈਨ ਤੇ ਉਹ ਆਣ, ਆਪਾਂ ਦੇਖੋ ਉਹਨਾਂ ਨੂੰ ਨਾਲ ਜੋੜਿਆ। ਥੋੜਾ ਜਿਹਾ ਹੋਲਡ ਕਰੋ ਸਰ, ਥੋੜਾ ਜਿਹਾ ਹੋਲਡ ਕਰੋ। ਬ੍ਰਹਮ ਮਹਿੰਦਰਾ ਜੀ, ਥੋੜਾ ਜਿਹਾ ਹੋਲਡ ਕਰੋ। ਸਰਕਾਰ ਦਾ ਮੂੰਹ ਕਾਲਾ ਕੀਤਾ, ਇਹ ਸਾਰੀ ਦੁਨੀਆ ਯਾਦ ਰੱਖੇਗੀ। ਅੱਜ ਤੱਕ ਹਿੰਦੁਸਤਾਨ ਦੇ ਇਤਿਹਾਸ 'ਚ ਨਹੀਂ ਹੋਇਆ ਜਿਹੜਾ ਕਾਰਨਾਮਾ ਤੁਸੀਂ ਕਰਤਾ। ਉਹ ਦੇਖੋ ਆਪਣੇ ਮੰਤਰੀ ਆਪਣਾ ਮੇਅਰ ਬਣਾ ਕੇ ਬਿਠਾਤਾ। ਨਹੀਂ ਬਿੱਟੂ ਜੀ, ਇਸ ਤਰ੍ਹਾਂ ਨਹੀਂ ਹੁੰਦੀ ਗੱਲ, ਨਾ ਇਸ ਤਰ੍ਹਾਂ ਨਹੀਂ ਹੁੰਦੀ ਸਰ, ਥੋੜਾ ਜਿਹਾ ਹੋਲਡ ਕਰਨਾ ਪੈਂਦਾ ਹੁੰਦਾ ਸਰ। ਗੱਲ ਤਾਂ ਤੁਹਾਨੂੰ ਸੁਣਨੀ ਪਏਗੀ, ਜੇ ਤੁਸੀਂ ਗੱਲ ਕਹਿ ਰਹੇ ਹੋ ਤਾਂ ਲੋਕਤੰਤਰ ਹੈ, ਦੂਜੇ ਵਾਲੇ ਪਾਸੇ ਨੂੰ ਵੀ ਬੋਲਣ ਦਾ ਤੁਹਾਨੂੰ ਮੌਕਾ ਦੇਣਾ ਹੋਏਗਾ। ਮੈਂ ਦੁਬਾਰਾ ਕੋਸ਼ਿਸ਼ ਕਰਦਾ ਕਿ ਬ੍ਰਹਮ ਮਹਿੰਦਰਾ ਜੀ ਨੂੰ ਦੁਬਾਰਾ ਜੋੜ ਸਕਾਂ। ਡੰਡੇ ਮਾਰ ਨਹੀਂ ਸਰ, ਐਵੇਂ ਨਹੀਂ ਨਾ ਹੁੰਦਾ ਸਰ, ਉਹ ਤੁਸੀਂ ਕਹਿ ਰਹੇ ਹੋ ਨਾ, ਉਹ ਲੋਕਾਂ ਨੇ ਡਿਸਾਈਡ ਕਰਨਾ, ਦੋਵੇਂ ਧਿਰਾਂ। ਸਰ ਲੋਕਤੰਤਰ ਕੀ ਹੁੰਦਾ? ਲੋਕਤੰਤਰ ਹੁੰਦਾ ਕਿ ਦੋਵੇਂ ਆਪਣੀ ਗੱਲ ਰੱਖ ਸਕਣ। ਉਹ ਸਰ ਮੈਂ ਦੇਖੋ ਨਹੀਂ, ਸਾਡੇ ਪ੍ਰੋਗਰਾਮ ਦਾ ਕੋਈ ਐਸਾ ਫਾਰਮੈਟ ਨਹੀਂ ਕਿ ਮੈਂ ਕਹਾਂ ਕਿ ਤੁਹਾਡਾ ਆਡੀਓ ਡਾਊਨ ਕਰ ਦਿਓ। ਨਹੀਂ, ਐਵੇਂ ਨਹੀਂ ਹੈ ਨਾ ਸਰ, ਕਿ ਜੇ ਤੁਸੀਂ ਆਪਣੀ ਗੱਲ ਰੱਖੀ ਹੈ ਤਾਂ ਦੂਜੀ ਧਿਰ ਨੂੰ ਆਪਣੀ ਗੱਲ ਰੱਖਣ ਦਿਓ। ਤੇ ਇੱਕ ਹੈਲਦੀ ਡਿਬੇਟ ਦੇ ਲਈ ਜ਼ਰੂਰੀ ਹੈ, ਔਰ ਮੇਰੀ ਜ਼ਿੰਮੇਵਾਰੀ ਹੈ ਕਿ ਦੋਵੇਂ ਤਰ੍ਹਾਂ ਆਪਣੀ ਗੱਲ ਰੱਖ ਸਕਣ। ਜੇ ਆਪਾਂ ਗੱਲਬਾਤ ਹੀ ਇੱਕ ਪਾਸੇ ਦੀ ਕਰਨੀ ਹੈ ਫਿਰ ਤਾਂ ਕੋਈ ਫਾਇਦਾ ਨਹੀਂ, ਦੂਜੇ ਪਾਸੇ ਦੀ ਤਾਂ ਗੱਲ ਹੋਣੀ ਜ਼ਰੂਰੀ ਹੈ ਨਾ, ਉਹ ਚਾਹੇ ਬ੍ਰਹਮ ਮਹਿੰਦਰਾ ਜੀ ਹੋਣ ਚਾਹੇ ਅਰਸ਼ ਜੀ। ਸਰ ਮੇਰੀ ਬੇਨਤੀ ਹੈ, ਪਹਿਲਾਂ ਮੇਰਾ ਫਿਰ ਗੱਲ ਤਾਂ ਉਹੀ ਹੋਗੀ ਨਾ ਸਰ, ਤੁਸੀਂ ਬੋਲ ਰਹੇ ਸੀ ਉਹ ਫੋਨ ਕੱਟ ਗਿਆ। ਬੋਲਦਾ ਨਹੀਂ, ਤੁਸੀਂ ਮੰਤਰੀ ਸਾਹਿਬ ਨੂੰ ਪੁੱਛੋ ਜਿਹੜੀ ਵੀਡੀਓ ਹੈ ਉਹਦੇ ਵਿੱਚ ਕੀ ਕਰ ਰਹੇ ਸੀ, ਮੇਅਰ ਦੀ ਕੁਰਸੀ ਤੇ ਕਿਉਂ ਬਿਠਾਇਆ, ਕਾਉਂਸਲਰ ਨੂੰ ਪਰ ਦੁਬਾਰਾ ਟਰਾਈ ਕਰ ਰਹੇ ਨੇ ਸਰ, ਮੈਂ ਦੁਬਾਰਾ ਟਰਾਈ ਕਰ ਰਿਹਾ ਕਿ ਫੋਨ ਦੇ ਉੱਤੇ ਹੁਣ ਫੋਨ ਲਾਈਨ ਤੁਸੀਂ ਇਹਨਾਂ ਦੇ ਐਕਟ ਨੂੰ ਕਲੀਅਰ ਕਰਾਓ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਬਿਹੇਵ ਕੀਤਾ ਉੱਥੇ, ਇਹਨਾਂ ਦੇ ਬੰਦਿਆਂ ਨੇ ਉਹ ਗੱਲ ਪੁੱਛੋ। ਬ੍ਰਹਮ ਮਹਿੰਦਰਾ ਜੀ ਸਾਡੇ ਨਾਲ ਜੁੜੇ ਸੀ, ਉਹ ਲੱਗ ਰਿਹਾ ਦੁਬਾਰਾ ਫੋਨ ਲਾਈਨ ਤੇ ਨਾਲ ਨਹੀਂ ਜੁੜ ਰਹੇ ਨੇ, ਉਹ ਚਾਹੁੰਦੇ ਸੀ ਕਿ ਆਪਣੀ ਗੱਲ ਰੱਖ ਸਕਣ। ਹਾਂ ਚਲੋ ਥੋੜਾ ਜਿਹਾ ਹੋਲਡ ਰੱਖਿਓ। ਚੰਦੂ ਮਾਜਰਾ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਸਰ ਪਟਿਆਲਾ ਜਿਹੜਾ ਸੀਗਾ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਸਫਾਈ ਦੇ ਵਿੱਚ 3 ਦਿਨ ਪਹਿਲਾਂ ਫਸਟ ਆਇਆ ਸੀ ਪੰਜਾਬ ਦੇ ਵਿੱਚ। ਇੱਕ ਸੈਕਿੰਡ ਚੰਦੂ ਮਾਜਰਾ ਜੀ, ਆਵਾਜ਼ ਆ ਰਹੀ ਹੈ ਮੇਰੀ? ਇਹਨਾਂ ਦੀ ਦਿੱਕਤ ਸੀਗੀ। ਹਾਂਜੀ ਆ ਰਹੀ ਹੈ ਗੌਰਵ ਜੀ। ਠੀਕ ਹੈ ਬਿੱਟੂ ਜੀ, ਥੋੜਾ ਜਿਹਾ ਹੋਲਡ ਕਰਿਓ ਪਲੀਜ਼, ਮੈਂ ਰਿਕੁਐਸਟ ਕਰ ਰਿਹਾ ਤੁਹਾਨੂੰ, ਤੁਸੀਂ ਬਹੁਤ ਸੀਨੀਅਰ ਹੋ। ਹਰਿੰਦਰਪਾਲ ਚੰਦੂ ਮਾਜਰਾ ਜੀ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਚੰਦੂ ਮਾਜਰਾ ਸਾਹਿਬ, ਬੜਾ ਵੇਟ ਕੀਤਾ, ਤੁਸੀਂ ਸੁਣ ਰਹੇ ਹੋਵੋਗੇ ਕਿ ਆਖਿਰ ਹੋਇਆ ਕੀ ਹੈ। ਮੈਂ ਹੁਣ ਅਗਲਾ ਸਟੈਪ ਕਰਾਂ ਤੇ ਕਿਵੇਂ ਪੰਜਾਬ ਦੀ ਸਿਆਸਤ ਤੇ ਅਸਰ ਦੇਖਦੇ ਹੋ ਇਸ ਦਾ? ਮੈਂ ਤੁਹਾਡੀ ਡਿਬੇਟ ਹੀ ਸੁਣ ਰਿਹਾ ਸੀ, ਦੋ ਬੜੇ ਸੀਨੀਅਰ ਐਡਵੋਕੇਟ, ਇੱਕ ਤਾਂ ਚਲੋ ਕਾਂਗਰਸ ਦੇ ਬੁਲਾਰੇ ਵੀ ਨੇ ਤੇ ਐਡਵੋਕੇਟ ਵੀ ਨੇ। ਮੈਂ ਇਹਨਾਂ ਨੂੰ ਇੰਟਰਪ੍ਰੀਟੇਟ ਕਰਦਿਆਂ ਦੇਖ ਰਿਹਾ ਸੀ ਵੀ ਇਹ ਇੱਕ ਐਕਟ ਨੂੰ ਕਿਵੇਂ ਇੰਟਰਪ੍ਰੀਟੇਟ ਕਰ ਰਹੇ ਨੇ। ਜਿਹੜਾ ਸਿੰਪਲ ਲੈਂਗੁਏਜ ਆ ਮੈਂ ਸਮਝਦਾ, ਜਿਹਨੂੰ ਹਰ ਕੋਈ ਸਮਝ ਸਕਦਾ ਹੈ। ਉਹਨਾਂ ਨੇ ਕਿਹਾ ਟੂ ਰਿਮੂਵ ਦ ਮੇਅਰ, ਮਤਲਬ ਮੈਜੋਰਟੀ ਐਂਡ ਮੈਜੋਰਟੀ ਸ਼ੁਡ ਨਾਟ ਬੀ ਲੈਸ ਦੈਨ 2/3 ਜੀ, ਠੀਕ ਹੈ ਨਾ ਜੀ। ਤੇ ਮਤਲਬ ਮੈਜੋਰਟੀ, ਜੇ ਮੈਜੋਰਟੀ ਔਰ ਹੁੰਦਾ ਨਾ ਵਰਡ ਉੱਤੇ ਐਂਡ ਦੀ ਥਾਂ ਤੇ ਔਰ ਹੁੰਦਾ, ਫਿਰ ਆਪਾਂ ਕਹਿ ਸਕਦੇ ਸੀ ਵੀ ਆਈਦਰ ਮੈਜੋਰਟੀ ਔਰ 2/3, ਪਰ ਉਹਨਾਂ ਨੇ ਮੈਜੋਰਟੀ ਐਂਡ ਮੈਜੋਰਟੀ
not less than 2/3 मतलब कि 2/3 ਤੋਂ ਥੱਲੇ ਨਹੀਂ ਚਾਹੀਦਾ। ਇਹ ਇੱਕ ਸਿੰਪਲ ਲਾਅ ਆ, ਦੁਨੀਆ ਜਾਣਦੀ ਹੈ, ਸਾਰੇ ਜਾਣਦੇ, ਜਿਨ੍ਹਾਂ ਨੂੰ ਥੋੜੀ ਬਹੁਤੀ ਵੀ ਡੈਮੋਕ੍ਰੈਟਿਕ ਸੈਟਅਪ ਦੀ ਸਮਝ ਹੈਗੀ ਆ, ਹਰ ਇੱਕ ਨੂੰ ਪਤਾ ਕਿ ਨੋ ਕੌਨਫੀਡੈਂਸ ਵਾਸਤੇ 2/3 ਹੀ ਚਾਹੀਦਾ ਹੁੰਦਾ ਹੈ। ਇਹਦੇ ਤੇ ਕੋਈ ਡਿਬੇਟ ਕਰਨ ਦੀ ਜ਼ਰੂਰਤ ਨਹੀਂ ਹੈਗੀ। ਆਪਾਂ ਇਹਨੂੰ ਕਿਵੇਂ ਡਿਪੈਂਡ ਕਰ ਸਕਦੇ, ਜਿਹੜੀ ਚੀਜ਼ ਸਾਹਮਣੇ ਪਈ ਆ। ਮੈਂ ਸਾਡਾ ਤਾਂ ਇਹਨਾਂ ਦੋਵਾਂ ਨਾਲ ਕੋਈ ਸੰਬੰਧ ਨਹੀਂ ਹੈਗਾ, ਕਿਹੜਾ ਲੈ ਕਿਹੜਾ। ਮੈਂ ਤਾਂ ਅੱਜ ਦੇ ਸਾਰੇ ਯੂਜ਼ਲੈਸ ਐਕਸਰਸਾਈਜ਼ ਸੀ ਜੋ ਵੀ ਹੋਈ ਆ। ਸੈਕੰਡ ਚੀਜ਼ ਜਿਹੜੀ ਇਹ ਗੱਲ ਕਹਿ ਰਹੇ ਨਾ ਵੀ ਕੋਈ ਬਾਹਰੋਂ ਆਇਆ ਸੀਗਾ ਕਾਉਂਸਲਰ, ਉਹ ਬਾਹਰੋਂ ਆਇਆ ਸੀ, ਅੰਦਰ ਗਲਤ ਆਇਆ ਜਾਂ ਠੀਕ ਆਇਆ, ਵੱਖਰੀ ਗੱਲ ਆ। ਪਰ ਕਾਉਂਸਲਰ ਦੀ ਵੋਟ ਆ ਜਿਹੜੀ, ਮੈਨੂੰ ਨਹੀਂ ਪਤਾ ਹੈਗਾ ਵੀ ਉਹ ਕਾਉਂਸਲਰ ਕੌਣ ਸੀਗਾ, ਉਹਨੇ ਵੋਟ ਕਾਸਟ ਕੀਤੀ ਜਾਂ ਨਹੀਂ ਕੀਤੀ। ਪਰ ਜੇ ਆਇਆ ਸੀ, ਉਹਨੇ ਵੋਟ ਜਿਸ ਪਾਸੇ ਕਾਸਟ ਕੀਤੀ, ਆਖਿਰਕਾਰ ਉਹਦਾ ਇੱਕ ਡਿਸੀਜਨ ਤਾਂ ਹੈਗਾ ਨਾ। ਤੁਸੀਂ ਉਸ ਡਿਸੀਜਨ ਨੂੰ ਤਾਂ ਨਹੀਂ ਚੈਲੰਜ ਕਰ ਸਕਦੇ, ਉਹਦਾ ਅੰਦਰ ਆਉਣਾ ਜਾਂ ਨਾ ਆਉਣਾ। ਇਹ ਇੱਕ ਸੈਕੰਡ ਚੀਜ਼ ਆ, ਤੁਹਾਡੇ ਐਡਮਿਨਿਸਟ੍ਰੇਟਿਵ ਸੈਟਅਪ ਦੀ ਇੱਕ ਵੱਖਰੇ ਡਿਪਾਰਟਮੈਂਟ ਦਾ ਇਸ਼ੂ ਆ। ਤੇ ਥਰਡ ਚੀਜ਼ ਮੈਂ ਸਮਝਦਾ ਨਾ ਇਸ ਚੀਜ਼ ਨੂੰ ਕਿ ਜੋ ਅੱਜ ਉੱਥੇ ਹੋਇਆ, ਜੋ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ, ਉਹ ਨਹੀਂ ਹੋਣਾ ਚਾਹੀਦਾ ਸੀਗਾ। ਉਹਨੂੰ ਕੋਈ ਕਿਵੇਂ ਡਿਫੈਂਡ ਕਰ ਸਕਦਾ? ਇਹ ਲੋਕ ਦੇਖ ਰਹੇ ਨੇ, ਲੋਕਾਂ ਦੇ ਕੋਲੇ ਅੱਖਾਂ ਨੇ ਵੀ ਜਿਵੇਂ ਉੱਥੇ ਕਾਉਂਸਲਰ ਚੱਕੇ ਗਏ, ਉਹ ਗਲਤ ਸੀ, ਨਹੀਂ ਹੋਣਾ ਚਾਹੀਦਾ। ਹਾਲਾਂਕਿ ਮੈਂ ਬਾਰ-ਬਾਰ ਕਹਿਣਾ ਵੀ ਜਿਹੜਾ ਇਹ ਹਾਊਸ ਬਣਿਆ, ਇਹ ਵੀ ਕੁਛ ਨਾ ਕੁਛ ਇਸੇ ਢੰਗ ਦੇ ਨਾਲ ਜਿੰਨੇ ਕਾਉਂਸਲਰ ਬਣੇ ਨੇ, ਲੋਕਾਂ ਨੂੰ ਕੁੱਟ ਕੇ ਹੀ ਬਣੇ ਸੀਗੇ। ਪਰ ਅੱਜ ਮਿਨਿਸਟਰ ਸਾਹਿਬ ਦੇ ਸਾਹਮਣੇ, ਐਕਸ ਚੀਫ ਮਿਨਿਸਟਰ ਦੇ ਸਾਹਮਣੇ, ਜਾਂ ਜਦੋਂ 1 ਮਹੀਨਾ ਸਿਰਫ ਸਰਕਾਰ ਦਾ ਰਹਿ ਗਿਆ ਹੋਵੇ, ਉਦੋਂ ਐਸੀ ਐਕਸਰਸਾਈਜ਼ ਤੇ ਐਸਾ ਕੁਛ ਜਨਾਜ਼ਾ ਕਰਨਾ ਲੋਕ ਰਾਜ ਦਾ, ਉਹ ਠੀਕ ਨਹੀਂ ਸੀਗਾ। ਇਹ 100% ਆ ਵੀ ਸਿਰਫ ਕਨਫਿਊਜ਼ਨ ਇਹਦੇ ਵਿੱਚ ਕਿੱਥੇ ਆ ਗੌਰਵ ਜੀ। ਮੈਂ ਤੁਹਾਨੂੰ ਦੱਸਦਾ ਹੋਇਆ ਕਿ ਮੇਅਰ ਸਾਹਿਬ ਨੇ 2 ਏਜੰਡੇ ਇਸ਼ੂ ਕਰਤੇ। ਠੀਕ ਹੈ, ਮੈਂ ਤੁਹਾਨੂੰ ਪਹਿਲਾਂ ਦੱਸਿਆ, ਇੱਕ ਚ ਇਹਨਾਂ ਨੇ ਕਿਹਾ ਸੀਗਾ ਮਤਲਬ ਔਨ ਦਾ ਰਿਕੁਐਸਟ ਆਫ ਨੋ ਕੌਨਫੀਡੈਂਸ, ਅਸੀਂ ਆਪਣਾ ਕੌਨਫੀਡੈਂਸ ਪ੍ਰੂਵ ਕਰਾਂਗੇ ਐਨੀ ਡੇਟ। ਮੈਂ ਆਪਣਾ ਕੌਨਫੀਡੈਂਸ ਪ੍ਰੂਵ ਕਰੂੰਗਾ ਐਨੀ ਡੇਟ ਨੂੰ। ਮੈਂ ਸਮਝਦਾ ਵੀ ਉਹ ਵੀ ਨੋ ਕੌਨਫੀਡੈਂਸ ਦੇ ਉੱਤੇ ਹੀ ਉਹਨਾਂ ਨੇ ਆਪਣਾ ਕੌਨਫੀਡੈਂਸ ਪ੍ਰੂਵ ਕਰਨਾ ਸੀਗਾ। ਉਹਦੇ ਵਿੱਚ ਵੀ ਇਹਨਾਂ ਨੂੰ 1/3 ਦੀ ਜ਼ਰੂਰਤ ਸੀ। ਤੇ ਜਿਹੜੀ ਸੈਕੰਡ ਸਪਲੀਮੈਂਟਰੀ ਏਜੰਡਾ ਸੀ, ਉਹ ਸੀਗਾ ਵੀ ਜਿਨ੍ਹਾਂ ਨੇ ਨੋ ਕੌਨਫੀਡੈਂਸ ਦੀ ਰਿਕੁਐਸਟ ਕੀਤੀ ਆ, ਉਹ ਆਪਣਾ ਨੋ ਕੌਨਫੀਡੈਂਸ ਪ੍ਰੂਵ ਕਰਨ। ਉਹਦੇ ਲਈ ਦੂਜੀ ਧਿਰ ਨੂੰ ਆਪਣਾ 2/3 ਪ੍ਰੂਵ ਕਰਨ ਦੀ ਜ਼ਰੂਰਤ ਸੀ। ਸੋ ਸਿੰਪਲ ਸੀ, ਕੋਈ ਬਹੁਤਾ ਇਹਦੇ ਵਿੱਚ ਮੈਂ ਸਮਝਦਾ ਤੇ ਜਿਹੜਾ ਥਰਡ ਸਸਪੈਂਡ ਵਾਲਾ ਹੋਇਆ, ਉਹ ਇਲੌਜੀਕਲ ਆ। ਉਹ ਏਦਾਂ ਕੋਈ ਇੱਕ ਵਿਅਕਤੀ APC ਕੋਈ ਵੀ ਹੋਵੇ, ਮੈਂ ਸਮਝਦਾ ਚੈਲੰਜੇਬਲ ਹੈ ਸਰ। ਤੁਹਾਨੂੰ ਲੱਗ ਰਿਹਾ ਕਿ ਚੈਲੰਜੇਬਲ ਹੈ ਕੋਰਟ ਦੇ ਵਿੱਚ? ਚਲੋ ਇਹ ਤਾਂ ਨਿੱਜੀ ਮਸਲਾ ਜੀ, ਪਰ ਇਹਨਾਂ ਦੇ ਘਾਟ ਕਲੇਸ਼ ਦੇ ਵਿੱਚ ਲੋਕ ਪਿਸ ਰਹੇ ਨੇ। ਇਹਨਾਂ ਨੇ ਮੇਅਰ ਬਣਾਉਣਾ, ਕਿਹਨੂੰ ਬਣਾਉਣਾ, ਲਾਉਣਾ, ਇਹ ਕਾਂਗਰਸ ਦਾ ਅੰਦਰੂਨੀ ਮਸਲਾ। ਪਰ ਕਾਂਗਰਸ ਦੀ ਲੜਾਈ ਦੇ ਵਿੱਚ ਅੱਜ ਲੋਕ ਪਿਸ ਰਹੇ ਨੇ। ਪਟਿਆਲੇ ਦੇ ਕੰਮ ਰੁਕੇ ਪਏ ਨੇ। ਪਟਿਆਲੇ ਦੀ ਨਦੀ, ਵੱਡੀ ਨਦੀ ਦਾ ਪ੍ਰੋਜੈਕਟ ਵਿਚਾਲੇ ਆ, ਹੈਰੀਟੇਜ ਸਟਰੀਟ ਦਾ ਪ੍ਰੋਜੈਕਟ ਵਿੱਚ ਵਿਚਾਲੇ ਰੁਕਿਆ ਹੋਇਆ। ਇਹਨਾਂ ਦੀ ਆਪਸੀ ਲੜਾਈ ਦੇ ਵਿੱਚ ਆਮ ਲੋਕ ਪਿਸ ਰਹੇ ਨੇ। ਖਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ, ਲੜ ਰਹੇ ਨੇ ਲੜਾਈਆਂ ਇਹਨਾਂ ਦੀ ਕੁਰਸੀ ਦੀਆਂ। ਹੁਣ ਤੁਸੀਂ ਦੇਖੋ, ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਇੱਥੇ 2 ਦਿਨ ਲਾ ਕੇ ਸਹਿਕਾਰਤਾ ਮੰਤਰੀ ਨੇ, ਯੂਰੀਆ ਲੋਕਾਂ ਨੂੰ ਮਿਲ ਨਹੀਂ ਰਿਹਾ, ਤੇ ਮਿਨਿਸਟਰ ਇੱਥੇ ਮੇਅਰ ਬਣਾਉਣ ਤੇ ਲਾਉਣ ਦੇ ਵਿੱਚ ਲੱਗੇ ਹੋਏ ਨੇ। ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਅੱਜ ਕਿਸਾਨ ਸੁਸਾਇਟੀਆਂ ਦੇ ਵੀ ਯੂਰੀਆ ਦਾ ਇੰਤਜ਼ਾਰ ਕਰ ਰਹੇ ਆ। ਪਹਿਲਾਂ DAP ਨਹੀਂ ਮਿਲਿਆ ਹੈਗਾ। ਜਿਹੜੇ ਕਰਨ ਵਾਲੇ ਕੰਮ ਸੀ ਉਹ ਕਰ ਨਹੀਂ ਰਹੇ। ਯੂਜ਼ਲੈਸ ਐਕਸਰਸਾਈਜ਼ ਦੇ ਵਿੱਚ ਮੈਂ ਸਮਝਦਾ, ਵੈਸੇ ਕਹਿੰਦਾ ਟਾਈਮ ਬਹੁਤ ਘੱਟ ਆ, ਪਰ ਟਾਈਮ ਇਹਨਾਂ ਚੀਜ਼ਾਂ ਦੇ ਉੱਤੇ ਵੇਸਟ ਕਰੀ ਜਾ ਰਹੇ ਨੇ ਜੀ। ਮੇਰੀ ਗੌਰਵ ਠੀਕ ਹੈ ਚੰਦੂ ਮਾਜਰਾ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਰੱਖਣ ਲਈ। ਗੌਰਵ ਜੀ, ਮੈਂ 1 ਮਿੰਟ ਆਪਣੀ ਗੱਲ ਕਰਨੀ ਚਾਹਾਂਗਾ। ਠੀਕ ਹੈ ਸੰਜੀਵ ਬਿੱਟੂ ਜੀ, ਤੁਸੀਂ ਆਪਣਾ ਪ੍ਰਤੀਕਰਮ ਰੱਖਿਓ। ਮੈਂ ਤੁਹਾਨੂੰ ਰਿਕੁਐਸਟ ਕਰਦਾ, ਬਹੁਤ ਤੁਸੀਂ ਸੀਨੀਅਰ ਹੋ, ਕਿ ਜਦੋਂ ਤੁਸੀਂ ਆਪਣੀ ਗੱਲ ਕੰਪਲੀਟ ਕਰ ਲਓ ਤਾਂ ਫਿਰ ਸੁਣਿਓ ਕਿ ਅਰਜੀ ਔਰ ਵਕੀਲ ਸਾਹਿਬ ਕੀ ਕਹਿ ਰਹੇ ਨੇ। ਸਿਰਫ 3-4 ਦਿਨ ਪਹਿਲਾਂ ਜਿਹੜਾ ਪਟਿਆਲਾ ਫਸਟ ਆਇਆ ਸੀਗਾ, ਜਿਹੜਾ ਪਟਿਆਲਾ ਪੂਰੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਫਸਟ ਆਇਆ ਸੀਗਾ ਸਫਾਈ ਦੇ ਪੱਖੋਂ, ਜਿਹੜਾ ਸਾਡਾ 2021 ਦਾ ਸਵੱਛ ਸਰਵੇਖਣ ਸੀਗਾ, ਉਹਦੇ ਵਿੱਚ ਉਸਦੇ ਨਾਲ ਹੀ ਇੰਡੀਆ ਦੇ ਵਿੱਚ ਸਾਡਾ 58ਵਾਂ ਨੰਬਰ ਆਇਆ ਸੀ, 58। ਉਸ ਚੀਜ਼ ਦੀ ਚਿੜ, ਉਸ ਚੀਜ਼ ਦਾ ਗੁੱਸਾ, ਉਸ ਚੀਜ਼ ਦੀ ਜਿਹੜੀ ਤਕਲੀਫ, ਆਪਣੇ ਪੁੱਤਰ ਮੋਹ ਦੇ ਵਿੱਚ ਧ੍ਰਿਤਰਾਸ਼ਟਰ ਬਣ ਕੇ ਬੈਠੇ ਆ। ਆਪਣੇ ਪੁੱਤਰ ਨੂੰ ਕਿਸੇ ਵੀ ਤਰੀਕੇ ਦੇ ਨਾਲ MP ਬਣਾਉਣ ਦੀ ਕੋਸ਼ਿਸ਼, MLA ਬਣਾਉਣ ਦੀ ਕੋਸ਼ਿਸ਼, ਉਸ 'ਚ ਪਾਰਟੀ ਦੇ ਜਿਹੜੇ ਨੀਚੇ ਤੋਂ ਵਰਕਰ ਉੱਪਰ ਉੱਠ ਕੇ ਕੰਮ ਕਰਕੇ ਕਿਸੇ ਅਹੁਦੇ ਤੇ ਪਹੁੰਚਦੇ ਉਹਨਾਂ ਨੂੰ ਖਤਮ ਕਰਨਾ। 40 ਸਾਲ ਆਪ ਬੈਠੇ ਰਹੇ ਇੱਕ MLA ਬਣ ਕੇ, 40 ਸਾਲ ਕਿਸੇ ਨੂੰ ਮੌਕਾ ਨਹੀਂ ਦਿੱਤਾ ਜ਼ਿਲ੍ਹੇ 'ਚ। ਅੱਗੇ ਆਪਣਾ ਪੁੱਤ ਲਿਆਂਦਾ ਕਿ ਹੁਣ 40 ਸਾਲ ਇਹਨਾਂ ਨੂੰ ਪੂਜਾ ਕਰੋ। ਉਸ ਤੋਂ ਬਾਅਦ ਜੇ ਕੋਈ ਗੱਲ ਹੁੰਦੀ ਹੈ ਤਾਂ ਮੇਅਰ ਨੂੰ ਧੱਕੇ ਨਾਲ ਉਤਾਰ ਦਿਓ। ਮੇਅਰ ਨੂੰ ਮੈਂ ਸਸਪੈਂਡ ਕਰਦਾ। ਸਸਪੈਂਡ ਨੂੰ ਵੀ ਗੱਲ ਪੁੱਛਾਂ, ਮੈਂ ਉੱਥੇ ਕੋਈ ਕਾਰਪੋਰੇਸ਼ਨ ਦਾ ਸੁਪਰਡੈਂਟ ਲੱਗਿਆ ਪਿਆ ਜਾਂ EO ਲੱਗਿਆ ਪਿਆ ਜਾਂ ਉੱਥੇ ਕਲਰਕ ਲੱਗਿਆ ਪਿਆ? ਲੋਕਾਂ ਨੇ ਚੁਣ ਕੇ ਬਿਠਾਇਆ, ਵੋਟਾਂ ਹੱਕ 'ਚ ਪਾਈਆਂ। ਮੰਤਰੀ ਆ ਕੇ ਅੰਦਰ ਧਮਕੀਆਂ ਦੇ ਰਿਹਾ ਮੈਨੂੰ, ਮੰਤਰੀ ਆਪਣੇ ਸੀਨੀਅਰ ਡਿਪਟੀ ਮੇਅਰ ਨੂੰ ਉੱਥੇ ਬਿਠਾ ਰਿਹਾ, ਮੰਤਰੀ ਆਪਣੇ ਕਾਰਪੋਰੇਸ਼ਨ ਦੇ ਜਿਹੜੇ MCA ਨੂੰ ਜਿਹੜਾ ਚਕਾ ਰਿਹਾ। ਇਹ ਪਾਰਟੀ ਦਾ ਸਮਾਂ ਬਹੁਤ ਪੂਰਾ ਹੈ। ਪਾਰਟੀ ਦਾ ਬੜਾ ਵੱਡਾ ਤੁਸੀਂ ਆਪਣੀ ਗੱਲ ਰੱਖੀ ਹੈ। ਇਹ ਮੁੱਦਾ ਤੁਸੀਂ ਨਾ ਸੋਚੋ ਕਿ ਅੱਜ ਤੁਹਾਡੇ ਚੈਨਲ ਤੇ ਚੱਲ ਰਿਹਾ ਹੈ। ਇਹ ਇੱਕ ਹਿੰਦੁਸਤਾਨ ਦੀ ਉਦਾਹਰਣ ਤਿਆਰ ਕੀਤੀ ਹੈ ਬ੍ਰਹਮਿੰਦਰਾ ਜੀ ਨੇ ਤੇ ਇਹਨਾਂ ਦੀ ਟੀਮ ਨੇ, ਇਹ ਅੱਜ ਦੇ ਪੁਲਿਸ ਅਫਸਰਾਂ ਨੇ,
ਕਿ ਇਸ ਤਰੀਕੇ ਦੇ ਨਾਲ ਠੀਕ ਹੈ ਸਰ, ਤੁਸੀਂ ਆਪਣੀ ਗੱਲ ਰੱਖਿਓ, ਹੁਣ ਹੋਲਡ ਰੱਖਿਓ ਸਰ ਪਲੀਜ਼। ਸੰਜੀਵ ਜੀ ਮੇਰੀ ਰਿਕੁਐਸਟ ਹੈ, ਹੁਣ ਥੋੜਾ ਜਿਹਾ ਹੋਲਡ ਰੱਖਿਓ, ਆਪਾਂ ਦੂਜੀ ਧਿਰ ਨੂੰ ਵੀ ਪੂਰਾ ਸਮਾਂ ਦੇਣਾ ਹੁੰਦਾ ਹੈ ਔਰ ਇਹ ਜ਼ਰੂਰੀ ਵੀ ਹੈ। ਜੇ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਨਾ ਤਾਂ ਜ਼ਰੂਰੀ ਹੈ ਇੱਕ ਡਿਬੇਟ ਦੇ ਵਿੱਚ ਵੀ ਕਿ ਦੂਜੀ ਧਿਰ ਵੀ ਆਪਣੀ ਪੂਰੀ ਗੱਲ ਰੱਖ ਸਕੇ। ਅਰਜੀ ਜੀ, ਮੈਂ ਗੌਰਵ ਜੀ ਹੁਣ ਸਿੰਪਲ ਫੇਰ ਦੱਸ ਦੇਣਾ, ਇੰਟਰਪਟ ਕੀਤਾ ਸੀਗਾ ਕਿ ਮੈਜੋਰਿਟੀ ਅਗੇਂਸਟ ਹੈ ਇਹਨਾਂ ਦੇ, ਜਿਹੜੇ ਜ਼ਿਆਦਾਤਰ ਕਾਉਂਸਲਰਸ ਨੇ ਉਹ ਖਿਲਾਫ ਨੇ, ਉਹ 36 ਨੇ, ਜਿਹੜੇ ਇਹਨਾਂ ਦੇ ਹੱਕ 'ਚ ਨੇ ਉਹ 25 ਨੇ। ਇੱਥੋਂ ਪਤਾ ਲੱਗਦਾ ਹੈ ਕਿ ਮੈਜੋਰਿਟੀ ਚਾਹੁੰਦੀ ਸੀ ਕਿ ਇਹ ਨਾ ਰਹਿਣ। ਦੂਜਾ, ਪ੍ਰੈਜ਼ੀਡੈਂਟ ਵੋਟਿੰਗ ਇੱਕ ਬਹੁਤ ਜ਼ਰੂਰੀ ਐਸਪੈਕਟ ਹੈ ਗੌਰਵ ਜੀ, ਦਰਸ਼ਕ ਸਮਝਦੇ ਹੈ ਪ੍ਰੈਜ਼ੀਡੈਂਟ ਵੋਟਿੰਗ ਐਸਪੈਕਟ ਇੰਨਾ ਜ਼ਰੂਰੀ ਹੈ ਕਿ ਕੋਈ ਅਬਰੋਡ ਤੋਂ ਆ ਕੇ ਜਿਹਨੂੰ ਉੱਥੇ ਨਹੀਂ ਹੋਣਾ ਚਾਹੀਦਾ, ਕੁਆਰੰਟਾਈਨ ਹੋਣਾ ਚਾਹੀਦਾ, he is violating the law of the land, how can he be there? ਉਹਨੇ ਆ ਕੇ ਉੱਥੇ ਵੋਟ ਕੀਤੀ, therefore vitiate ਹੋਈ ਪ੍ਰੋਸੀਡਿੰਗਸ। ਤੀਜਾ, ਸੈਕਸ਼ਨ 39 ਦੀ ਜੋਸ਼ੀ ਸਾਹਿਬ ਨੇ ਸਹੀ ਗੱਲ ਕਹੀ ਹੈ ਕਿ ਇੰਟਰਪ੍ਰੀਟੇਸ਼ਨ ਮੈਟਰ ਕਰਦੀ ਹੈ, ਤੇ ਇੰਟਰਪ੍ਰੀਟੇਸ਼ਨ ਇਹੀ ਹੈ ਗੌਰਵ ਜੀ ਕਿ ਮੈਜੋਰਿਟੀ ਵੀ ਸਸਪੈਂਡ ਕਰ ਸਕਦੀ ਹੈ, ਨੋ ਕੌਨਫੀਡੈਂਸ ਮੋਸ਼ਨ ਨੂੰ ਪਾਸ ਕਰ ਸਕਦੀ ਹੈ, ਤੇ ਨਾਲੇ ਮੈਜੋਰਿਟੀ ਜਿਹੜੀ ਮੋਰ ਦੈਨ 2/3 ਹੈ ਉਹ ਵੀ ਕਰ ਸਕਦੀ ਹੈ। ਇੱਕ ਸੈਕਿੰਡ ਮੈਂ ਤੁਹਾਨੂੰ ਵਿਚਾਲੇ ਰੋਕ ਰਿਹਾ, ਮੈਨੂੰ ਦੋਵੇਂ ਚੀਜ਼ਾਂ ਦਾ ਫਰਕ ਸਮਝਾਓ, ਤੁਸੀਂ ਤਾਂ ਵਕੀਲ ਹੋ ਨਾ। ਕਿ ਜੇ ਚੰਦੂ ਮਾਜਰਾ ਸਾਹਿਬ ਕਹਿ ਰਹੇ ਸੀ ਕਿ ਬਹੁਤ ਸਿੰਪਲ ਹੈ ਕਿ ਜਦੋਂ ਕਿਸੇ ਨੂੰ ਹਟਾਉਣਾ ਹੁੰਦਾ ਹੈ, ਮੈਂ ਇਸ ਤੋਂ ਵੀ ਵੱਡੇ ਲੈਵਲ ਦੀ ਗੱਲ ਕਰਾਂ, ਆਪਾਂ ਮਹਾਭਿਯੋਗ ਦਾ ਜ਼ਿਕਰ ਕਰਦੇ ਹਾਂ ਕਿ ਹਟਾਉਣ ਦੇ ਲਈ ਜ਼ਰੂਰੀ ਹੁੰਦਾ ਹੈ। ਜੇ ਆਪਾਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਗੱਲ ਕਰੀਏ, ਮੁੱਖ ਮੰਤਰੀ ਦੇ ਅਹੁਦੇ ਦੀ ਗੱਲ ਕਰੀਏ, ਤਾਂ ਇੱਕ ਬੜਾ ਸਿੰਪਲ ਜੀ ਗੱਲ ਹੁੰਦੀ ਹੈ ਕਿ ਜੇ ਹਟਾਉਣ ਵਾਲੀ ਗੱਲ ਆ ਗਈ ਤਾਂ ਫਿਰ 2/3 ਮੈਜੋਰਟੀ ਚਾਹੀਦੀ ਹੈ। ਜੇ 2/3 ਮੈਜੋਰਟੀ ਤੁਸੀਂ ਕਹਿ ਰਹੇ ਹੋ ਠੀਕ ਹੈ, ਉਹ 36-25 ਵਾਲਾ ਸਭ ਨੂੰ ਸਮਝ ਆ ਰਿਹਾ ਹੈ, ਪਰ 2/3 ਤਾਂ ਨਹੀਂ ਸੀ ਨਾ ਸਰ, ਉਹ ਤਾਂ ਸਵੇਰ ਦੀ ਗੱਲ ਹੋ ਰਹੀ ਹੈ ਕਿ 40 ਤੋਂ ਵੱਧ ਚਾਹੀਦੇ ਨੇ ਕਾਉਂਸਲਰ ਤੇ 1/3 ਉਹਨਾਂ ਨੂੰ ਚਾਹੀਦੇ ਨੇ। ਦੱਸ ਦੇਣਾ ਗੌਰਵ ਜੀ, ਦੱਸ ਦੇਣਾ। ਦੇਖੋ ਸੈਕਸ਼ਨ 39 ਹੈ, ਹੁਣ ਕਾਈਂਡਲੀ ਧਿਆਨ ਨਾਲ ਸਮਝੋ ਇਸ ਚੀਜ਼ ਨੂੰ। ਇਹ ਕਹਿੰਦਾ ਸੀ ਕਿ ਰਿਮੂਵਡ by a resolution of the corporation passed by a majority of the corporation। majority ਇੱਥੇ 2/3 ਸ਼ਬਦ ਨਹੀਂ ਵਰਤਿਆ ਗਿਆ, ਉਹ ਤੋਂ ਬਾਅਦ ਆਉਂਦਾ ਇਜਾਜ਼ਤ ਚਾਹਾਂਗਾ ਜੀ ਗੌਰਵ ਜੀ, by majority ਮੈਂ ਇਜਾਜ਼ਤ ਚਾਹਾਂਗਾ, less than 2/3 of majority। ਇੱਥੇ and ਹੈ, only ਨਹੀਂ ਹੈ, is ਨਹੀਂ ਹੈ, shall ਨਹੀਂ ਹੈ, ਇੱਥੇ and ਹੈ, ਤੇ majority ਵੀ ਕਰ ਸਕਦੀ ਹੈ ਤੇ majority 2/3 ਤੋਂ ਵੱਧ ਵਾਲੀ ਕਰ ਸਕਦੀ ਹੈ, ਦੋਵੇਂ ਕਰ। ਇਹ ਮਾਮਲਾ ਸੈਟਲ ਹੁੰਦਾ। ਤੀਜਾ, ਇੱਕ ਮੇਅਰ ਨੂੰ ਬਰਕਰਾਰ ਬਣੇ ਰਹਿਣ ਲਈ ਨਾ 31 ਵੋਟਸ ਮਿਨੀਮਮ ਚਾਹੀਦੇ ਹੁੰਦੇ, ਇਹਨਾਂ ਕੋਲ 31 ਨਹੀਂ ਸੀਗੇ। ਚੌਥਾ ਜਾ ਰਹੇ ਨੇ ਸੰਜੀਵ ਜੀ, ਰੁਕ ਜਾਓ, ਇੱਕ ਦੋ ਸਵਾਲ ਹੋਰ ਹੈਗੇ ਨੇ, ਲੋਕ ਜਾਣਨਾ ਚਾਹੁੰਦੇ ਹੋਣਗੇ। ਕੰਕਲੂਡ ਕਰ ਸੰਜੀਵ ਜੀ ਉੱਠ ਕੇ ਜਾ ਰਹੇ ਨੇ, ਜ਼ਰੂਰੀ ਹੈ ਕਿ ਅੱਜ ਬੈਠਦੇ ਤੁਸੀਂ ਆਪਾਂ ਪੂਰੀ ਗੱਲ ਕੰਪਲੀਟ ਕਰਦੇ। ਠੀਕ ਹੈ ਅਰਜੀ, ਬਸ ਮੈਂ ਇਹੀ ਕਹਿ ਰਿਹਾ ਕਿ ਐਮਐਲਏ ਸਾਹਿਬ ਨੇ ਔਨ ਰਿਕਾਰਡ ਕਿਹਾ, ਜਿਹੜੇ ਮੇਰੇ ਤੋਂ ਪਹਿਲਾਂ ਬੋਲੇ ਹੈ, ਉਹਨਾਂ ਨੇ ਕਿਹਾ ਕਿ ਪਟਿਆਲੇ ਦੇ ਵਿੱਚ ਕੰਮ ਰੁਕੇ ਹੋਏ ਹੈ, ਲੋਕਾਂ ਦੇ ਕੰਮ ਨਹੀਂ ਹੋ ਰਹੇ। ਉਹ ਕੰਮ ਨਹੀਂ ਹੋ ਰਹੇ ਤਾਂ ਹੀ ਕਰਕੇ ਤਾਂ ਰਿਪਲੇਸ ਕੀਤਾ ਜਾ ਰਿਹਾ ਹੈ, ਤਾਂ ਹੀ ਕਰਕੇ ਤਾਂ ਕੰਮ ਹੋਣਗੇ। ਲੋਕ ਸਾਡੀ ਪ੍ਰਾਇੋਰਟੀ ਨੇ, ਉਹ ਕੰਮ ਰੁਕੇ ਹੋਏ ਹੁਣ ਚੱਲਣਗੇ। ਮੇਅਰ ਸਾਹਿਬ ਰਿਪਲੇਸ ਹੋ ਚੁੱਕੇ ਹੈ ਤੇ ਲੋਕ ਸਾਡੀ ਪ੍ਰਾਇੋਰਟੀ ਸੀ ਹੈ ਤੇ ਰਹਿਣਗੇ ਤੇ ਕੰਮ ਠੋਕੇ ਹੋਣਗੇ ਜੀ। ਠੀਕ ਹੈ, ਸਾਡੇ ਨਾਲ ਰਵਨੀਤ ਜੋਸ਼ੀ ਜੀ ਵੀ ਜੁੜੇ ਹੋਏ ਨੇ। ਜੋਸ਼ੀ ਸਾਹਿਬ, ਹਰਿੰਦਰਪਾਲ ਚੰਦੂਮਾਜਰਾ ਜੀ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਕਹਿ ਗਏ ਕਿ ਬਹੁਤ ਸਿੰਪਲ ਹੈ, ਕਿ ਵਾਕਈ ਉਹਨਾਂ ਸਿੰਪਲ ਹੈ, ਜਾਂ ਜਿਸ ਤਰੀਕੇ ਨਾਲ ਅਰਜੀ ਸਮਝਾ ਰਹੇ ਨੇ ਕਿ ਉੱਥੇ ਐਂਡ ਸ਼ਬਦ ਦਾ ਇਸਤੇਮਾਲ ਕੀਤਾ ਗਿਆ, ਇਸ ਦਾ ਮਤਲਬ ਇਹੀ ਹੈ ਕਿ ਨੋ ਕੌਨਫੀਡੈਂਸ ਜਾਂ ਮੈਜੋਰਟੀ ਹੋਵੇ ਜਾਂ ਫਿਰ 2/3 ਮੈਜੋਰਟੀ ਹੋਵੇ। ਹਾਲਾਂਕਿ ਮੈਂ ਖੁਦ ਪਹਿਲਾਂ ਕਹਿ ਰਿਹਾ ਸੀਗਾ ਕਿ ਇਹ ਡੈਮੋਕ੍ਰੈਟਿਕ ਤਰੀਕੇ ਨਾਲ ਸੋਚਿਆ ਜਾਵੇ ਤਾਂ ਬਹੁਤ ਅਲੱਗ ਨਜ਼ਰ ਆਉਂਦਾ ਕਿ ਮੈਜੋਰਟੀ ਤੇ 2/3 ਮੈਜੋਰਟੀ ਦੇ ਵਿੱਚ ਫਰਕ ਕੀ ਹੈ। ਜੇ ਮੈਜੋਰਟੀ ਕਹਿ ਦਿੱਤਾ ਫਿਰ ਤਾਂ ਦੈਟਸ ਆਲ, ਖਤਮ ਕਹਾਣੀ। ਫਿਰ 2/3 ਮੈਜੋਰਟੀ ਲਿਖਣ ਦੀ ਉਸ ਦੇ ਵਿੱਚ ਜ਼ਰੂਰਤ ਕਿਉਂ ਪੈ ਗਈ ਸੈਕਸ਼ਨ ਦੇ ਵਿੱਚ? ਇਹਦੇ ਵਿੱਚ ਜ਼ਰੂਰਤ ਇਸ ਕਰਕੇ ਪੈ ਗਈ ਕਿਉਂਕਿ ਇਹ ਕਨਸਟੀਟਿਊਸ਼ਨਲ ਪੋਸਟਾਂ ਨੇ। ਜਿਹੜੇ ਕਾਉਂਸਲਰ ਚੁਣ ਕੇ ਆਉਂਦੇ ਨੇ ਉਹ ਵੱਖਰੀਆਂ ਪਾਰਟੀਆਂ ਦੇ ਹੁੰਦੇ ਨੇ, ਤੇ ਅਮੂਮਨ ਹੋ ਜਾਂਦਾ ਵੀ ਇੱਕ ਪਾਰਟਿਕੂਲਰ ਪਾਰਟੀ ਦੇ ਬੰਦੇ ਨੇ ਤਾਂ ਵੱਖਰੀਆਂ ਪਾਰਟੀਆਂ ਦੇ ਬੰਦੇ ਹੋਣ ਤਾਂ 2/3 ਦੀ ਰਿਕੁਆਇਰਮੈਂਟ ਜਿਹੜੀ ਹੈ ਬੜੀ ਐਸੈਂਸ਼ੀਅਲ ਰਿਕੁਆਇਰਮੈਂਟ ਹੈ। 2/3 ਤੁਸੀਂ ਮੈਜੋਰਟੀ ਇਸਟੈਬਲਿਸ਼ ਕਰਨੀ ਹੈ ਤੇ ਕਿਹਨੇ ਕਰਨੀ ਹੈ? ਇਹ 2/3 ਮੈਜੋਰਟੀ ਹੁਣ ਇਹ ਬਾਰ-ਬਾਰ ਮੇਅਰ ਸਾਹਿਬ ਵੀ ਕਹਿ ਰਹੇ ਸੀ ਵੀ ਮੈਂ 25 ਕਰਤੇ, ਮੈਂ ਜਿੱਤ ਗਿਆ, ਮੈਂ 25 ਨਹੀਂ। ਇਹ 2/3 ਮੈਜੋਰਟੀ ਜਿਹੜੀ ਹੈ ਸਾਬਤ ਕਰਨ ਦੀ ਓਬਲੀਗੇਸ਼ਨ ਜਿਹੜੀ ਹੈ ਉਹਨਾਂ ਤੇ ਹੈ ਜੋ ਮਤਾ ਲੈ ਕੇ ਆਏ ਨੇ ਮੇਅਰ ਨੂੰ ਹਟਾਉਣ ਦਾ। ਜੇ ਉਹਨਾਂ ਦੇ 2/3 ਟੋਟਲ ਮੈਂਬਰਸ ਦੇ ਵਿੱਚੋਂ 2/3 ਪੂਰੇ ਹੁੰਦੇ ਨੇ ਤਾਂ ਦੇ ਆਰ ਸਕਸੈਸਫੁਲ, ਅਦਰਵਾਈਜ਼ ਦੇ ਫੇਲਡ ਇਨ ਇਟ। ਨਾ ਜਿਹੜੀ ਦੂਜੀ ਗੱਲ ਮੈਂ ਕਹਿ ਰਿਹਾ, ਇੱਥੇ ਜ਼ਿਆਦਾਤਰ ਡਿਬੇਟ ਤੇ ਸਾਰੇ ਕਿਤੇ ਗੱਲ ਇਹੀ ਹੋ ਰਹੀ ਹੈ ਵੀ 2/3 ਮੈਜੋਰਟੀ ਕਰਨੀ ਸੀ, ਉਹ ਮਤਾ ਪਾਸ ਹੋਇਆ ਜਾਂ ਨਹੀਂ ਹੋਇਆ। ਹਾਲਾਂਕਿ ਗੱਲ ਇਹ ਦੇਖਣ ਵਾਲੀ ਹੈ ਵੀ ਜਦੋਂ ਨੋ ਕੌਨਫੀਡੈਂਸ ਮੋਸ਼ਨ ਮੂਵ ਕੀਤਾ ਜਾਂਦਾ ਹੈ ਉਹਦਾ ਕੋਈ ਸਰਟਨ ਗਰਾਊਂਡ ਹੁੰਦਾ ਨੋ ਕੌਨਫੀਡੈਂਸ ਮੋਸ਼ਨ ਦਾ। ਉਹ ਕਿਤੇ ਲਾਈਮਲਾਈਟ ਚ ਆ ਨਹੀਂ ਰਿਹਾ ਵੀ ਰੀਜ਼ਨ ਕੀ ਹੈ ਨੋ ਕੌਨਫੀਡੈਂਸ ਮੋਸ਼ਨ ਮੂਵ ਕਰਨ ਦਾ। ਉਹਦੇ ਦੋ ਅਹਿਮ ਕਾਰਨ ਹੁੰਦੇ ਨੇ ਜੋ ਇਸਟੈਬਲਿਸ਼ ਕਰਨੇ ਪੈਂਦੇ ਨੇ। ਪਹਿਲਾ ਕਾਰਨ ਇਹ ਹੈ ਵੀ ਕੀ ਐਸੀ ਕੋਈ ਡਿਸੀਜਨ ਜਾਂ ਕੋਈ ਐਕਟ ਮੇਅਰ ਨੇ ਕੀਤਾ ਜੋ ਡੈਰੋਗੇਟਰੀ ਹੈ ਮਿਊਨਿਸਪਲ ਕਾਰਪੋਰੇਸ਼ਨ ਜਾਂ ਪਬਲਿਕ ਵੈਲਫੇਅਰ ਦੇ ਅਗੇਂਸਟ ਹੈ, ਜਾਂ ਫਿਰ
ਜਾਂ ਉਹਨਾਂ ਦੀ ਕੋਈ ਜੋ ਓਬਲੀਗੇਸ਼ਨ ਸੀ ਜਾਂ ਰਿਸਪੌਂਸਿਬਿਲਟੀ ਸੀ। ਦੂਜੇ ਨੰਬਰ ਤੇ ਹੈ ਵੀ ਜੋ ਉਹਨਾਂ ਦੀ ਓਬਲੀਗੇਸ਼ਨ ਜਾਂ ਰਿਸਪੌਂਸਿਬਿਲਟੀ ਸੀ ਜੇ ਮੇਅਰ ਨੇ ਨਹੀਂ ਨਿਭਾਈ ਤਾਂ ਵੀ ਨੋ ਕੌਨਫੀਡੈਂਸ ਮੋਸ਼ਨ ਮੂਵ ਕੀਤਾ ਜਾਂਦਾ। ਇਹ ਬੜੀ ਅਹਿਮ ਗੱਲ ਹੈ ਜਾਣਨ ਲਈ ਤੁਹਾਡੇ ਦਰਸ਼ਕਾਂ ਨੂੰ, ਤੇ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਵੀ ਕਿਹੜੇ ਗਰਾਊਂਡਸ ਦੇ ਉੱਤੇ ਜਿਹੜਾ ਹੈ ਨੋ ਕੌਨਫੀਡੈਂਸ ਮੋਸ਼ਨ ਮੂਵ ਕੀਤਾ ਗਿਆ। ਠੀਕ ਹੈ ਸਰ, ਮੈਂ ਇੱਕ ਛੋਟਾ ਜਿਹਾ ਕਮੈਂਟ ਚਾਹੂੰਗਾ ਅਰਜੀਤ ਤੋਂ। ਹੁਣ ਅਰਜੀਤ ਤੁਹਾਡਾ ਫਾਈਨਲ ਕਮੈਂਟ ਹੈ। ਦੇਖੋ ਬਹੁਤ ਸਾਰੇ ਇਲਜ਼ਾਮ ਲੱਗੇ ਨੇ ਕਿ ਉੱਥੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਤੁਸੀਂ ਕਹਿ ਰਹੇ ਹੋ ਕਿ ਬਾਹਰ ਤੋਂ ਲਿਆਂਦੇ ਗਏ। ਇਹ ਸਭ ਕੁਝ ਹੁੰਦਾ ਹੈ, ਕੋਈ ਨਵੀਂ ਇੱਥੇ ਚੀਜ਼ ਤਾਂ ਖੈਰ ਨਹੀਂ ਦਿਖੀ ਜੇ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾਂ। ਉਹ ਚਾਹੇ ਕਦੇ ਸਰਕਾਰ ਸੀਐਮ ਵਾਲੀ ਬਣਾਣੀ ਹੋਵੇ, ਉੱਥੇ ਵੀ ਵੱਖ-ਵੱਖ ਸੂਬਿਆਂ 'ਚ ਨਜ਼ਰ ਆਇਆ। ਪਰ ਸਵਾਲ ਇੱਥੇ ਇਹ ਹੈ ਕਿ ਹੁਣ ਅਦਾਲਤ ਦਾ ਰੁਖ ਕਰਨ ਦਾ ਮਨ ਬਣਾ ਰਹੇ ਨੇ ਕੈਪਟਨ ਖੇਮੇ ਦੇ ਜਿਹੜੇ ਨੁਮਾਇੰਦੇ ਨੇ, ਉਹ ਚਾਹੇ ਸੰਜੀਵ ਬਿੱਟੂ ਹੋਣ ਜਾਂ ਕੋਈ ਹੋਰ ਹੋਵੇ, ਤਾਂ ਉਸ ਦੇ ਲਈ ਕੀ ਤਿਆਰੀ ਹੈ। ਔਰ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨੂੰ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪਕੜ ਮੇਰੀ ਮਜ਼ਬੂਤ ਹੈ, ਕਾਂਗਰਸ ਛੱਡ ਕੇ ਵੀ 25 ਕਾਉਂਸਲਰ ਮੇਰੇ ਨਾਲ ਆ ਕੇ ਖੜੇ ਨੇ। ਦੇਖੋ ਇੱਥੇ ਪਹਿਲੀ ਗੱਲ ਜਿਹੜਾ ਐਲੀਗੇਸ਼ਨ ਲੱਗਿਆ, ਮੈਂ ਦੱਸ ਦੇਣਾ ਚਾਹਣਾ ਕਿ ਐਲੀਗੇਸ਼ਨ ਬੇਸਲੈਸ ਹੈ, ਬੇਬੁਨਿਆਦ ਹੈ, ਬਿਕੋਜ਼ ਐਨ ਐਲੀਗੇਸ਼ਨ is defamation unless it has been proven. Gaurav ji, principle of natural justice है कि one is to be presumed innocent until proven guilty. ਇਹ ਚੀਜ਼ ਨਾ ਤਾਂ ਕੋਰਟ 'ਚ ਗਈ ਹੈ ਨਾ ਪ੍ਰੂਵ ਹੋਈ ਹੈ, ਤੇ ਜੇ ਸਾਡੇ ਤੇ ਐਲੀਗੇਸ਼ਨ ਲਾਉਣਗੇ, ਐਕੂਜ਼ੇਸ਼ਨ ਲਾਉਣਗੇ, ਇਟ ਅਮਾਉਂਟਸ ਟੂ ਡੈਫਾਮੇਸ਼ਨ, ਕੋਰਟ ਜਾਣਾ ਪਊਗਾ। ਦੂਜੀ ਗੱਲ ਇੱਥੇ ਮੈਂ ਕਲੀਅਰ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਗਰਾਊਂਡ ਜੋਸ਼ੀ ਸਾਹਿਬ ਨੇ ਗੱਲ ਕਹੀ ਹੈ, ਗਰਾਊਂਡ ਇੱਕ ਤੋਂ ਨਹੀਂ, ਗਰਾਊਂਡ ਬਹੁਤ ਸਾਰੇ ਹੈ ਬਿਕੋਜ਼ ਆਫ ਵਿਚ ਹੀ ਹੈਡ ਟੂ ਬੀ ਰਿਪਲੇਸਡ। ਪਹਿਲਾ ਗਰਾਊਂਡ ਤਾਂ ਇਹ ਸੀ ਕਿ ਡਿਵੈਲਪਮੈਂਟ ਵਰਕਸ ਜਿਹੜੇ ਸੀਗੇ ਦੇ ਵਰ ਨਾਟ ਕੈਰੀਡ ਆਊਟ। ਦੂਜਾ, ਅੱਜ ਇੱਕ ਹੋਰ ਵਾਇਲੇਸ਼ਨ ਹੋਈ ਹੈ, ਫੋਨ ਲੈ ਕੇ ਅੰਦਰ ਗਏ when phone was not allowed also। ਤੀਜਾ, ਜਿਹੜਾ ਇਹਨਾਂ ਨੇ ਕਿਹਾ ਕਿ ਕਾਉਂਸਲਰਸ ਨੂੰ ਬਾਹਰ ਲੈ ਕੇ ਜਾਇਆ ਗਿਆ, ਉਹ ਡਿਬੇਟੇਬਲ ਹੈ। ਦੂਜਾ, ਲੇਕਿਨ ਇਹ ਚੀਜ਼ ਐਜ਼ ਅ ਮੈਟਰ ਆਫ ਫੈਕਟ ਉੱਥੇ ਐਜ਼ ਅ ਮੈਟਰ ਆਫ ਫੈਕਟ ਇਟ ਹੈਪਨਡ ਕਿ ਕਾਉਂਸਲਰ ਜੋ ਆਏ ਸੀਗੇ who was supposed to be not there ਉੱਥੇ ਆਏ, ਤੇ ਪ੍ਰੈਜ਼ੀਡੈਂਟ ਵੋਟਿੰਗ ਇੱਕ ਬਹੁਤ ਇੰਪੋਰਟੈਂਟ ਐਸਪੈਕਟ ਹੈ because of which it has been wished। ਚਲੋ ਠੀਕ ਹੈ, ਦੇਖਣਾ ਹੋਏਗਾ ਕਿ ਕਿਸ ਤਰੀਕੇ ਨਾਲ ਅੱਗੇ ਹੁੰਦਾ। ਮੈਂ ਤੁਹਾਨੂੰ ਵਿਚਾਲੇ ਰੋਕ ਰਿਹਾ, ਮੇਰੇ ਕੋਲ ਸਮਾਂ ਬਹੁਤ ਹੁਣ ਪੂਰਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਅਰਸ਼ਪ੍ਰੀਤ ਜੀ ਤੁਹਾਡਾ ਵੀ, ਰਵਨੀਤ ਜੋਸ਼ੀ ਤੁਹਾਡਾ ਵੀ, ਸਾਡੇ ਨਾਲ ਜੁੜੇ ਸਨ ਉਹਨਾਂ ਦਾ ਵੀ ਬਹੁਤ ਧੰਨਵਾਦ। ਸਾਡੇ ਨਾਲ ਬ੍ਰਹਮ ਮਹਿੰਦਰਾ ਜੀ ਜੁੜੇ, ਉਹਨਾਂ ਦਾ ਵੀ ਧੰਨਵਾਦ। ਸਾਡੇ ਨਾਲ ਸੰਜੀਵ ਬਿੱਟੂ ਵੀ ਜੁੜੇ ਸੀ, ਹਾਲਾਂਕਿ ਉਹ ਜ਼ਰੂਰ ਡਿਬੇਟ ਨੂੰ ਵਿਚਾਲੇ ਛੱਡ ਕੇ ਜ਼ਰੂਰ ਚਲੇ ਗਏ। ਖੈਰ ਦੁਚਿੱਤੀ ਦੀ ਸਥਿਤੀ ਬਣੀ ਹੋਈ ਹੈ, ਦੋਵੇਂ ਧਿਰਾਂ ਦੇ ਵੱਲੋਂ ਆਪੋ ਆਪਣੇ ਦਾਅਵੇ ਕੀਤੇ ਜਾ ਰਹੇ ਨੇ। ਸੰਜੀਵ ਬਿੱਟੂ ਇਹ ਜ਼ਿਕਰ ਕਰ ਰਹੇ ਨੇ ਕਿ ਮੈਨੂੰ 1/3 ਚਾਹੀਦੇ ਸੀ, ਯਾਨੀ 60 ਦੇ ਵਿੱਚੋਂ 20 ਲੋਕ ਮੇਰੇ ਨਾਲ ਚਾਹੀਦੇ ਸੀ ਔਰ ਮੈਂ 25 ਖੜੇ ਕਰ ਦਿੱਤੇ, ਇਸ ਕਰਕੇ ਬੇਭਰੋਸਗੀ ਮਤਾ ਡਿੱਗ ਗਿਆ। ਜੋ ਚੰਦੂਮਾਜਰਾ ਵਿਧਾਇਕ ਨੇ ਉਹਨਾਂ ਦੇ ਵੱਲੋਂ ਵੀ ਇਹ ਦਾਅਵਾ ਕੀਤਾ ਗਿਆ ਕਿ ਬੇਭਰੋਸਗੀ ਮਤੇ ਦਾ ਮਤਲਬ ਇਹੀ ਸੀ ਕਿ 40-42 ਵੋਟਾਂ ਚਾਹੀਦੀਆਂ, ਉਹ ਨਹੀਂ ਸੀ ਜਿਨ੍ਹਾਂ ਦੇ ਵੱਲੋਂ ਬੇਭਰੋਸਗੀ ਮਤਾ ਲਿਆਂਦਾ ਗਿਆ। ਹੁਣ ਇਹ ਲੱਗ ਰਿਹਾ ਹੈ ਸੰਜੀਵ ਬਿੱਟੂ ਜਿਸ ਤਰੀਕੇ ਨਾਲ ਜ਼ਿਕਰ ਕਰ ਗਏ ਕਿ ਪੂਰਾ ਮਾਮਲਾ ਜਲਦੀ ਅਦਾਲਤ ਦੀਆਂ ਬਰੂਹਾਂ ਤੱਕ ਪਹੁੰਚੇਗਾ। ਪਰ ਸਵਾਲ ਉਹੀ ਹੈ ਕਿ ਜੇ ਘਟਨਾਕ੍ਰਮ ਪਟਿਆਲਾ ਦੇ ਵਿੱਚ ਇਸ ਤਰੀਕੇ ਦਾ ਹੋਇਆ ਤਾਂ ਕੀ ਆਉਣ ਵਾਲੇ ਦਿਨਾਂ 'ਚ ਕੈਪਟਨ ਦਾ ਅਸਰ ਜਾਂ ਕੈਪਟਨ ਦੀ ਪਕੜ ਜਿਹੜੀ ਪੰਜਾਬ ਦੀ ਸਿਆਸਤ ਦੇ ਵਿੱਚ ਕਹੀ ਜਾਂਦੀ ਹੈ, ਉਸ ਦਾ ਅਸਰ ਪੂਰੇ ਪੰਜਾਬ 'ਚ ਨਜ਼ਰ ਆਏਗਾ ਔਰ ਕਾਂਗਰਸ ਲਈ ਉਹ ਚੁਣੌਤੀ ਹੋਏਗਾ। ਇੱਕ ਵੱਡਾ ਸਵਾਲ ਜ਼ਰੂਰ ਹੈ। ਖੈਰ ਜਾਂਦੇ ਜਾਂਦੇ ਗੱਲ ਬੀਜੇਪੀ ਦੀ ਵੀ ਕਰਦੇ ਹਾਂ। ਬੀਜੇਪੀ ਪਟਿਆਲਾ ਵਾਲੇ ਪੂਰੇ ਘਟਨਾਕ੍ਰਮ ਦੇ ਉੱਤੇ ਕੀ ਕੁਝ ਕਹਿ ਰਹੀ ਹੈ, ਉਹ ਤੁਹਾਨੂੰ ਸੁਣਾਉਂਦੇ। ਕਾਂਗਰਸ ਨੇ ਲੋਕਤੰਤਰ ਦੀ ਹੱਤਿਆ ਕੀਤੀ ਹੈ, ਕਾਂਗਰਸ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ ਔਰ ਮੈਂ ਸਮਝਦਾ ਕਿ ਇਹ ਕਾਂਗਰਸ ਸਰਕਾਰ ਦੀ ਨੈਤਿਕ ਹਾਰ ਹੈ। ਪੂਰੀ ਸਰਕਾਰ ਦਾ ਜ਼ੋਰ ਲਾਉਣ ਦੇ ਬਾਵਜੂਦ ਵੀ ਉਹ ਪਟਿਆਲਾ ਦੇ ਮੇਅਰ ਨੂੰ ਕਾਨੂੰਨੀ ਰੂਪ ਨਾਲ, ਸੰਵਿਧਾਨਿਕ ਰੂਪ ਨਾਲ ਨਹੀਂ ਹਟਾ ਸਕੇ ਤੇ ਹੁਣ ਇਹ ਜ਼ੋਰ ਜ਼ਬਰਦਸਤੀ ਤੇ ਆ ਗਏ ਨੇ। ਪੰਜਾਬ ਦੀ ਜਨਤਾ ਸਭ ਦੇਖ ਰਹੀ ਹੈ। ਕਾਂਗਰਸ ਨੇ ਹਮੇਸ਼ਾ ਲੋਕਤੰਤਰਿਕ ਪਰੰਪਰਾਵਾਂ ਦਾ ਅਪਮਾਨ ਕੀਤਾ ਹੈ, ਹਮੇਸ਼ਾ ਲੋਕਤੰਤਰ ਦਾ ਘਾਣ ਕੀਤਾ ਹੈ। ਇਹ ਕਾਂਗਰਸ ਦੇ ਚਿਹਰੇ ਨੂੰ ਨੰਗਾ ਕਰਨ ਵਾਲਾ